चार बरन चौहा के मर्दन खड़ दर्शन कर तली रे सुंदर सुग्र स्वरूप स्याने पंचहो ही मोहे छली रे जिन मिल मारे पंच सूरबीर ऐसो कौन बली रे जिन पंच मार बिदार गुदारे सो पूरा एह कली रे रहाओ वड्डी कौम बस भाग है नाही मोहकम फौज हठली रे कहो नानक तिन जन निर्दलिया साध संगत कै झली रे जन नानक ਝੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਬਾਬਾ ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਰੱਬ ਨੇ ਤਾਂ ਸੰਤਾਂ ਨੂੰ ਡਿਊਟੀਆਂ ਵੰਡੀਆਂ ਹਨ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਸਾਧ ਨਾਮ ਨਿਰਮਲਤਾ ਕੇ ਕਰਮ ਅੰਤ ਸਮੇਂ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਬਤਾਈ। ਆਵ ਹੋ ਸੰਤ ਪਿਆਰੇ ਹੋ ਆਕਾਸ਼ ਕੀ ਕਰਹਿ ਕਹਾਣੀ। ਭਾਈ ਗੁਰਦਾਸ ਜੀ ਨੇ ਅਜਿਹੇ ਮਹਾਂਪੁਰਖਾਂ ਬਾਰੇ ਬਚਨ ਕਹੇ ਹਨ। ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕਰਮ ਹੰਸ ਵੰਸ ਵਧੰਦਾ ਹੰਸ ਹੋ ਹੰਸ ਗਿਆਨ ਕਰ ਦੁੱਧੈ ਵਿੱਚ ਹੋ ਕੱਢੈ ਪਾਣੀ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸੁਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ। ਸ਼ਾਸਤਰਾਂ ਵਿੱਚ ਮਹਾਂਪੁਰਖਾਂ ਦੀਆਂ ਵਡਿਆਈਆਂ ਕਰਦੇ ਹੋਏ ਸ਼ਾਸਤਰਕਾਰ ਲਿਖਦੇ ਹਨ। ਇੰਦਰਨ ਕੋ ਖੈਂਚਿਓ ਗਨ ਜੀਤ ਕੀਨੋ ਹਾਥ ਮਨ ਪਰ ਉਪਕਾਰ ਹੀ ਲਉ ਤਨ ਭਾਈਅਤ ਹੈ। बेदन बखान बेको सार सार जान बेको भेद गयंथ भान बेको रूप गायत है। एक रूप पहचान्यो सब ही मैं सोई जान्यो आप तेना जुदो मान्यो यो बतायत है। ईश्वर लो ध्यावा जी मैं भगत दृढ़ावै जब ऐसो संत पावै तासों ज्ञान पायत है। श्लोक संत सहाई जिय के ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਆ ਹੈ ਨਾਨਕ ਨਾਮ ਪਿਆਰ। ਸਾਡੇ ਵਿੱਚੋਂ ਕੁਝ ਵੀਰ ਇਸ ਗੱਲ ਤੇ ਹੱਠ ਕਰਦੇ ਹਨ ਕਿ ਗੁਰੂ ਸਾਹਿਬਾਨ ਨੂੰ ਛੱਡ ਕੇ ਕਿਸੇ ਵਿਅਕਤੀ ਦੇ ਨਾਮ ਨਾਲ ਸੰਤ ਪਦ ਲਾਉਣਾ ਯੋਗ ਨਹੀਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਆਤਮਾ ਨੂੰ ਭਾਵੇਂ ਉਹ ਕੋਈ ਵੀ ਹੋਵੇ ਉਹਦੇ ਲਈ ਸੰਤ ਪਦ ਵਰਤਿਆ ਹੈ ਅਤੇ ਸੰਤਾਂ ਦੇ ਸੰਬੰਧ ਵਿੱਚ ਬੇਅੰਤ ਸ਼ਬਦ ਹਨ। ਸੰਤਾਂ ਕਉ ਮਤ ਕੋਈ ਨਿੰਦਹੁ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਸੰਤ ਕਾ ਲੀਆ ਧਰਤ ਬਿਦਾਰਾਓ ਸੰਤ ਕਾ ਨਿੰਦਕ ਆਕਾਸ਼ ਤੇ ਟਾਰਾਓ। ਸੰਤ ਕਉ ਰਾਖੋ ਆਪਣੇ ਜੀਅ ਨਾਲ ਸੰਤ ਉਧਾਰਾਓ ਤਤ ਖਿਣ ਤਾਲ ਸੋਈ ਸੰਤ ਜੇ ਭਾਵ ਹੈ ਰਾਮ। ਸੰਤ ਗੋਬਿੰਦ ਕੈ ਏਕੈ ਕਾਮ ਰਹਾਉ ਸੰਤ ਸੰਗਤ ਮਹਿ ਹੋਏ ਉਧਾਰ। ਨਾਨਕ ਭਵਜਲ ਉਤਰਸ ਪਾਰ ਮਿਹਰ ਕਰੇ ਤਾ ਖਸਮ ਧਿਆਈ ਸੰਤਾ ਸੰਗਤ ਨਰਕ ਨਾ ਪਾਈ। ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ। ਜਦੋਂ ਛੋਟੇ ਵੱਡੇ ਸੰਸਕਾਰ ਮਿਟ ਜਾਣ ਪਰਮ ਰਸ ਤੇ ਪਰਮ ਆਨੰਦ ਵਿੱਚ ਲੀਨ ਹੋਣ ਤਾਂ ਸੰਤ ਬਣ ਜਾਂਦਾ ਹੈ। ਸੰਤ ਦੀ ਅਵਸਥਾ ਬਣ ਜਾਂਦੀ ਹੈ। ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਭਵ ਫਾਸੀ। ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਿਨਾਸੀ। ਰਾਮ ਨੂੰ ਜਿਸ ਦਿਨ ਬਨਵਾਸ ਹੋਇਆ ਸਾਰੀ ਨਗਰੀ ਰੋ ਪਈ ਨਾਲ ਚੱਲ ਪਈ ਕਿਉਂਕਿ ਰਾਮ ਨੇ ਦਿਲਾਂ ਤੇ ਰਾਜ ਕੀਤਾ ਹੈ ਸਿਰਾਂ ਤੇ ਨਹੀਂ। ਸੰਤ ਦਿਲ ਤੇ ਰਾਜ ਕਰਦਾ ਹੈ ਰਾਜਨੀਤਿਕ ਸਿਰ ਤੇ ਰਾਜ ਕਰਦਾ ਹੈ। ਸੰਤ ਜਿੱਥੇ ਵੀ ਗਿਆ ਸੰਤ ਨੂੰ ਲੋਕਾਂ ਨੇ ਤੰਗ ਪਰੇਸ਼ਾਨ ਕੀਤਾ ਚਾਹੇ ਉਹ ਯਿਸੂ ਦੇ ਰੂਪ ਵਿੱਚ ਹੋਵੇ ਚਾਹੇ ਕੰਸ ਦੀ ਕੈਦ ਹਰਣਾਕਸ਼ ਦਾ ਰਾਜ ਬਾਬਰ ਦੀਆਂ ਚੱਕੀਆਂ ਜਹਾਂਗੀਰ ਦਾ ਗਵਾਲੀਅਰ ਦਾ ਕਿਲਾ ਔਰੰਗਜ਼ੇਬ ਦਾ ਚਾਂਦਨੀ ਚੌਂਕ ਯੂਨਾਨ ਵਿੱਚ ਸੁਕਰਾਤ ਲਈ ਜ਼ਹਿਰ ਦਾ ਪਿਆਲਾ ਸੰਤ ਵੀਰ ਸਿੰਘ ਜੀ ਲਈ ਤੋਪਾਂ ਦੇ ਗੋਲੇ ਆਕਾਸ਼ ਤਖਤ ਤੇ ਟੈਂਕਾਂ ਦੇ ਹਮਲੇ। ਸੰਤ ਦਾ ਜੀਵਨ ਸੂਰਜ ਦੀਆਂ ਕਿਰਨਾਂ ਵਰਗਾ ਹੈ ਜੋ ਜਗਿਆਸੂ ਰੂਪੀ ਕਮਲਾਂ ਲਈ ਤਾਂ ਖੇੜੇ ਦਾ ਕਾਰਨ ਬਣ ਸਕਦਾ ਹੈ ਪਰ ਉੱਲੂ ਬਿਰਤੀ ਦੁਨੀਆਦਾਰਾਂ ਨੂੰ ਬਿਲਕੁਲ ਪਸੰਦ ਨਹੀਂ। ਸਾਡੇ ਆਪਣੇ ਹੀ ਕੁਝ ਵੀਰ ਜ਼ੋਰ ਸ਼ੋਰ ਨਾਲ ਇਸ ਦਾ ਖੰਡਨ ਕਰਦੇ ਹਨ ਕਿ 10 ਗੁਰੂ ਸਾਹਿਬਾਨਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਸੰਤ ਕਹਿਣਾ ਯੋਗ ਨਹੀਂ। ਦਰਅਸਲ ਇਹ ਬਿਲਕੁਲ ਭੁਲੇਖਾ ਹੈ। ਸਾਡੇ ਸਤਿਗੁਰੂ ਸਾਹਿਬਾਨਾਂ ਨੇ ਵੀ ਗੁਰੂ ਸਾਹਿਬਾਨਾਂ ਤੋਂ ਬਿਨਾਂ ਆਪਣੇ
ਪਿਆਰੇ ਸਿੱਖਾਂ ਅਤੇ ਭਗਤਾਂ ਨੂੰ ਸੰਤ ਕਹਿ ਕੇ ਸਨਮਾਨਿਤ ਕੀਤਾ ਹੈ। ਉਦਾਹਰਣ ਦੇ ਤੌਰ ਤੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਗਤ ਪ੍ਰਹਿਲਾਦ ਲਈ ਸੰਤ ਪਦ ਦੀ ਵਰਤੋਂ ਕੀਤੀ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਧਨਾਸਰੀ ਰਾਗਣੀ ਵਿੱਚ ਆਪਣੇ ਸਿੱਖਾਂ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ ਹੈ। ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ, ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤ ਹੋ, ਹਰ ਕਥਾ ਜਿਨ ਜਨ ਹੋ ਜਾਨੀ। ਜੋ ਗੁਰਮੁਖ ਪਿਆਰੇ ਇਹ ਕਹਿੰਦੇ ਹਨ ਕਿ ਇਹ ਕੇਵਲ ਸਾਡੇ ਗੁਰੂ ਸਾਹਿਬਾਨਾਂ ਲਈ ਹੀ ਵਰਤਿਆ ਗਿਆ, ਉਹਨਾਂ ਨੂੰ ਕਿਰਪਾ ਕਰਕੇ ਇਹ ਪੰਕਤੀਆਂ ਵਿਚਾਰਨੀਆਂ ਚਾਹੀਦੀਆਂ ਹਨ, ਜਿਸ ਵਿੱਚ ਸਤਿਗੁਰੂ ਜੀ ਨੇ ਸੰਬੋਧਨ ਵਾਚਕ ਵਿਚਾਰਾਂ ਨੂੰ ਵਰਤਿਆ ਹੈ। ਹਰ ਦਰ ਤਿਨ ਕੀ ਉੱਤਮ ਬਾਤ ਹੈ ਸੰਤ ਹੋ, ਭਾਵ ਸੰਤ ਜਨੋ ਉਹਨਾਂ ਦੀ ਹਰੀ ਪਰਮੇਸ਼ਰ ਦੇ ਦਰ ਚੱਲਦੀ ਹੈ। ਸੰਤ ਹੋ ਬਹੁ ਵਚਨ ਹੈ, ਇੱਕ ਵਚਨ ਨਹੀਂ। ਜਦ ਕਿ ਅਸੀਂ ਗੁਰਮਤਿ ਆਸ਼ੇ ਅਨੁਸਾਰ ਸਤਿਗੁਰੂ ਸਾਹਿਬਾਨਾਂ ਨੂੰ ਹੀ ਸਤਿਗੁਰੂ ਨਾਨਕ ਰੂਪ ਕਰਕੇ ਜਾਣਦੇ ਹਾਂ। ਅਗਰ ਉਹਨਾਂ ਭਰਾਵਾਂ ਦੀ ਗੱਲ ਨੂੰ ਘੜੀ ਦੀ ਘੜੀ ਮੰਨ ਵੀ ਲਿਆ ਜਾਵੇ ਕਿ 10 ਗੁਰੂ ਸਾਹਿਬਾਨਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਅਕਤੀ ਨੂੰ ਸੰਤ ਕਹਿਣਾ ਯੋਗ ਨਹੀਂ, ਤਾਂ ਫਿਰ ਉਪਰੋਕਤ ਪੰਕਤੀ ਵਿੱਚ ਸਤਿਗੁਰੂ ਰਾਮਦਾਸ ਜੀ ਮਹਾਰਾਜ ਗੁਰਸਿੱਖਾਂ ਨੂੰ ਸਿੱਖਿਆ ਦੇ ਰਹੇ ਹਨ ਜਾਂ ਸਤਿਗੁਰੂ ਮਹਾਰਾਜ ਜੀ ਨੂੰ? ਦਰਅਸਲ ਉਹਨਾਂ ਆਪਣੇ ਪਿਆਰੇ ਸਿੱਖਾਂ ਨੂੰ ਹੀ ਸੰਤ ਪਦ ਨਾਲ ਨਿਵਾਜਿਆ ਹੈ। ਹਾਂ, ਭੇਖ ਦਾ ਖੰਡਨ ਹੈ, ਸੰਤ ਦਾ ਨਹੀਂ। ਜੇ ਸੰਤ ਨੂੰ ਮਾੜਾ ਕਹਾਂਗੇ ਤਾਂ ਕੀ ਅਸਾਂ ਚੋਰਾਂ ਦੀ ਮਹਿਮਾ ਕਰਨੀ ਹੈ? ਸੰਤ ਮਾੜਾ ਨਹੀਂ, ਭੇਖੀ ਕਪਟੀ ਪਾਖੰਡੀ ਲੋਕਾਂ ਤੋਂ ਜਿੰਨਾ ਵੀ ਦੂਰ ਰਿਹਾ ਜਾਏ ਚੰਗਾ ਹੈ। ਜੋ ਸੰਤ ਦੇ ਬਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਆਪਣੇ ਪੈਰਾਂ ਦੇ ਨਾਲ ਜੋੜਨ ਦੇ ਕੁਝ ਯਤਨ ਕਰਦੇ ਹਨ, ਉਹਨਾਂ ਨੂੰ ਤਾਂ ਭੁੱਲ ਕੇ ਸੰਤ ਕਹਿਣਾ ਵੀ ਪਾਪ ਹੈ। ਜਾਂ ਜੋ ਲੋਕ ਗੁਰੂ ਪੰਥ ਦੀ ਮਰਜ਼ਾਦਾ ਛੱਡ ਕੇ ਆਪਣੇ ਆਪਣੇ ਘਰਾਂ ਦੀ ਮਰਜ਼ਾਦਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜ ਕੇ ਆਪਣੇ ਡੇਰਿਆਂ ਨਾਲ ਅਤੇ ਆਪਣੇ ਪੈਰਾਂ ਅਤੇ ਫੋਟੋਆਂ ਲਾਗਤਾਂ ਨਾਲ ਜੋੜਦੇ ਹਨ, ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੀ ਆਗਿਆ ਅੱਗੇ ਸੀਸ ਝੁਕਾਉਣਾ ਹੈ। ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਨਹੀਂ। ਸੰਤ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜਮਾਤ ਵਿੱਚ ਇੱਕ ਹੁਸ਼ਿਆਰ ਵਿਦਿਆਰਥੀ ਮੋਨੀਟਰ ਹੁੰਦਾ ਹੈ, ਜੋ ਕਿ ਆਪਣੇ ਕਮਜ਼ੋਰ ਸਾਥੀ ਵਿਦਿਆਰਥੀਆਂ ਦੀ ਗਾਈਡ ਅਗਵਾਈ ਕਰਨ ਵਿੱਚ ਮਦਦ ਕਰਦਾ ਹੈ, ਪਰ ਉਸ ਨੂੰ ਪਾਸ ਫੇਲ ਕਰਨ ਦੀ ਤਾਕਤ ਨਹੀਂ ਰੱਖਦਾ। ਇਸ ਤਰ੍ਹਾਂ ਸੰਤ ਜਨ ਸਾਡੇ ਨਾਲੋਂ ਅੱਗੇ ਵਧੇ ਹੋਏ ਗੁਰਮਤਿ ਦੇ ਯੋਗ ਵਿਦਿਆਰਥੀ ਹਨ, ਪਰ ਕਲਿਆਣ ਕਰਤਾ ਕੇਵਲ 10 ਪਾਤਸ਼ਾਹੀਆਂ ਦੇ ਸਰੂਪ ਜੁਗੋ ਜੁਗ ਅਟਲ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣ ਲੱਗੇ ਚੇਲਿਆਂ ਅਤੇ ਪਤਨੀ ਨੇ ਬੇਨਤੀ ਕੀਤੀ ਕਿ ਆਪ ਦੇਸ਼ ਛੱਡ ਕੇ ਚਲੇ ਜਾਓ। ਸੁਕਰਾਤ ਨੇ ਜਵਾਬ ਦਿੱਤਾ, ਕਾਹਦੇ ਲਈ? ਕਿਉਂਕਿ ਮੈਂ ਜਿੱਥੇ ਵੀ ਜਾਵਾਂਗਾ ਮੈਨੂੰ ਹਰ ਥਾਂ ਜ਼ਹਿਰ ਦਾ ਪਿਆਲਾ ਮਿਲੇਗਾ। ਚੇਲਿਆਂ ਨੇ ਬੇਨਤੀ ਕੀਤੀ, ਉਸਤਾਦ ਜੀ ਜਾਂਦੇ ਜਾਂਦੇ ਕੁਝ ਸਿੱਖਿਆ ਦੇ ਜਾਓ। ਸੁਕਰਾਤ ਬੋਲਿਆ, ਕਾਕਾ ਮੈਂ ਕਦੇ ਕਿਸੇ ਕੋਲੋਂ ਹਾਰਿਆ ਨਹੀਂ। ਤੁਹਾਨੂੰ ਰਾਜ ਦੱਸਾਂ, ਮੈਂ ਕਦੇ ਕਿਸੇ ਨੂੰ ਜਿੱਤਣ ਦਾ ਉਪਰਾਲਾ ਹੀ ਨਹੀਂ ਕੀਤਾ। ਚੇਲਿਆਂ ਨੇ ਉਤਸੁਕਤਾ ਨਾਲ ਪੁੱਛਿਆ, ਉਸਤਾਦ ਜੀ ਜਲਦੀ ਕਰੋ, ਕਿਤੇ ਸਮਾਂ ਲੰਘ ਨਾ ਜਾਵੇ। ਸੁਕਰਾਤ ਨੇ ਬੜੇ ਪ੍ਰੇਮ ਤੇ ਹਲੀਮੀ ਨਾਲ ਉੱਤਰ ਦਿੱਤਾ, ਬੇਟਾ ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਜਿੱਤਣ ਤੇ ਲਾਈ ਹੈ। ਇਹਦਾ ਨਾਮ ਹੈ ਸੰਤ। ਬੁੱਧ ਉੱਤੇ ਇੱਕ ਆਦਮੀ ਥੁੱਕ ਗਿਆ ਅਤੇ ਦੂਜੇ ਦਿਨ ਮਾਫੀ ਮੰਗਣ ਆਇਆ। ਬੁੱਧ ਨੇ ਕਿਹਾ, ਨਾ ਸਮਝੀ ਨਾ ਕਰ, ਤੂੰ ਕਰਨੀ ਤਾਂ ਕਰ, ਮੇਰੇ ਕੋਲੋਂ ਨਾ ਕਰਵਾ। ਜਿਸ ਉੱਤੇ ਤੂੰ ਥੁੱਕ ਗਿਆ ਹੈ ਉਹ ਆਦਮੀ ਹੁਣ ਕਿੱਥੇ? ਅਤੇ ਜਿਹੜਾ ਥੁੱਕ ਗਿਆ ਸੀ ਉਹ ਆਦਮੀ ਹੁਣ ਕਿੱਥੇ? ਉਹ ਗੱਲ ਗਈ ਗੁਜ਼ਰੀ ਹੋ ਗਈ। ਜਾਗ, ਮੈਂ ਉਹ ਨਹੀਂ ਹਾਂ। 24 ਘੰਟਿਆਂ ਵਿੱਚ ਗੰਗਾ ਦਾ ਕਿੰਨਾ ਪਾਣੀ ਵਗ ਗਿਆ, ਤੂੰ ਉਹ ਹੀ ਨਹੀਂ ਹੈ। ਮੇਰੀ ਫਿਕਰ ਛੱਡ, ਲੇਕਿਨ ਤੇਰੀ ਤਾਂ ਗੱਲ ਸਾਫ਼ ਹੈ। ਕੱਲ ਤੂੰ ਥੁੱਕ ਗਿਆ ਸੀ, ਅੱਜ ਤੂੰ ਮਾਫੀ ਮੰਗਣ ਆਇਆ ਹੈ, ਤੂੰ ਉਹ ਹੀ ਕਿਵੇਂ ਹੋ ਸਕਦਾ ਹੈ? ਥੁੱਕਣ ਵਾਲਾ ਤੇ ਮਾਫੀ ਮੰਗਣ ਵਾਲਾ ਦੋ ਵੱਖਰੀਆਂ ਦੁਨੀਆਂ ਹਨ। ਜਾਗ। ਅਜਿਹੇ ਮਹਾਂਪੁਰਸ਼ਾਂ ਦੇ ਬਾਰੇ ਸੁਖਮਨੀ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਾਕ ਹਨ, ਬ੍ਰਹਮ ਗਿਆਨੀ ਕੈ ਧੀਰਜ ਏਕ,
जो बसुदा को खोदै को चंदन लेप। ब्रह्म ज्ञानी का यह गुनाओ, नानक ज्यों पावक का सहज सुभाओ। भाव ना किसे दे माफी मंगण नाल खुशी, ना थुकण नाल मन नूं रंजिश। बुद्ध दे चचेरे भरा देवदत्त नूं बुद्ध नाल बहुत ईरखा सी कि मेरे नालों छोटा मेरे नालों अगे किवें लंघ गया। बर्दाश्त ना होया। बुद्ध चेलियां नाल बैठे विचारा कर रहे सन। उस ने पहाड़ उत्तों एक पत्थर रेड़िया जो बुद्ध दे बिल्कुल लागे डिग्गा। चेले भै भीत बहुत गुस्सा आया। खैर कोई गल नहीं। देवदत्त ने कहा कि मैं खूनी हाथी छड्डांगा। खूनी हाथी आया, बुद्ध दे चरण छूह के पिछे हट गया। चेलिया ने कहा भगवान देवदत्त ने बहुत माड़ा कीता, हुण तां कोई कसर बाकी नहीं रही। 2 हमले एक दिन विच कीते, काहदे हमले? बुद्ध ने जवाब दिता, मित्रो कदे मैं भी इस नूं पत्थर मारिया होवेगा, उहने मैनू मार दिता। काहदी नाराजगी? चेला बोलिया भगवान यह तां तुसीं दैवी शक्ति करके बच गए, नहीं तां खूनी हाथी ने कित्थे छड्डना सी। बुद्ध ने कहा ना भाई, मैं कदे हाथी नूं मत्था टेकिया होवेगा, अज ओह मैनू टेक गया। सगों करजा मुक्का, लेखा पद्धरा हो गया। मैं पत्थर मारिया मैनू वजन लगा सी, मैं मत्था टेकिया मैनू हाथी मत्था टेक गया। मन नूं काहदी खुशी गमी, अजही सोच दा नाम है संत। जिस तरह संत बाबा बीर सिंह जी नौरंगाबाद वालियां दे जीवन दी एक घटना है कि रात दे 12 ਵਜੇ ਬਾਬਾ ਵੀਰ ਸਿੰਘ ਜੀ ਦੇ ਕੰਨਾਂ ਵਿੱਚ ਕੁੱਤਿਆਂ ਦੇ ਰੋਣ ਦੀ ਆਵਾਜ਼ ਪਈ ਅਤੇ ਮਹਾਪੁਰਸ਼ ਲਾਂਗਰੀ ਸਿੰਘ ਕੋਲ ਗਏ ਕਿ ਭਾਈ ਸਿੰਘਾ ਇਹਨਾਂ ਕੁੱਤਿਆਂ ਨੂੰ ਲੰਗਰ ਪਾ, ਕਿਉਂਕਿ ਇਹ ਵੀ ਗੁਰੂ ਦਰ ਦੇ ਆਸਰੇ ਹਨ। ਲਾਂਗਰੀ ਸਿੰਘਾਂ ਨੇ ਬੇਨਤੀ ਕੀਤੀ, ਬਾਬਾ ਜੀ ਲੰਗਰ ਵਰਤ ਚੁੱਕਾ ਹੈ, ਸਵੇਰ ਸਵੇਰੇ ਪਾ ਦਿਆਂਗੇ। ਪਰ ਮਹਾਪੁਰਸ਼ਾਂ ਨੇ ਆਪ ਨਾਲ ਲੱਗ ਕੇ ਉਚੇਚੇ ਤੌਰ ਤੇ ਕੁੱਤਿਆਂ ਵਾਸਤੇ ਲੰਗਰ ਪਕਾ ਕੇ ਖਵਾਇਆ। ਇਹ ਹਨ ਸੰਤਾਂ ਦੇ ਲੱਛਣ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਦੇਖੈ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੈ। ਕਿਸਨ ਸਹਾਈ ਪਾਂਡਵਾ, ਭਾਏ ਭਗਤ ਕਰ ਤੂਤ ਵਿਸਿਖੈ। ਵੈਰ ਭਾਉ ਚਿਤ ਕੈਰਵਾ, ਗਣਤੀ ਗਣਨ ਅੰਦਰ ਕਾ ਲਿਖੈ। ਭਲਾ ਬੁਰਾ ਪਰਮੰਨਿਆ, ਭਾਲਣ ਗਏ ਨਾ ਦਿਸ਼ਟ ਸਰੇਖੈ। बुरा न कोई जो दिष्ट रह, दुर्योधन को भला न पेखै। कहावत है जथा दृष्टि तथा सृष्टि। भाई गुरदास जी ने पहली पातशाही दे समय दे सिखां दा जिक्र करदियां वार 11ਵੀਂ पौड़ी 13ਵੀਂ ਵਿੱਚ ਅਜਿਹੇ ਇੱਕ ਸਿੱਖ ਦਾ ਜ਼ਿਕਰ ਕੀਤਾ ਹੈ। ਮੂਲਾ ਕੀੜ ਵਖਾਣੀਐ, ਚਲਿਤ ਅਚਰਜ ਲੁਭਤ ਗੁਰਦਾਸੀ। ਇੱਕ ਦਿਨ ਇੱਕ ਚੋਰ ਸਾਧੂ ਦਾ ਭੇਸ ਧਾਰ ਕੇ ਮੂਲੇ ਕੀੜ ਦੇ ਘਰ ਆ ਗਿਆ। ਉਸ ਵੇਲੇ ਤਰਕਾਲਾਂ ਦਾ ਵੇਲਾ ਸੀ। ਚੋਰ ਸਾਧੂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਰਾਤ ਮੂਲੇ ਕੀੜ ਦੇ ਗ੍ਰਹਿ ਵਿਖੇ ਰਹਿਣਾ ਚਾਹੁੰਦਾ ਹੈ। ਮੂਲੇ ਕੀੜ ਨੂੰ ਸਭ ਸਾਧੂ ਰੱਬ ਦੇ ਸੱਚੇ ਤੇ ਨੇਕ ਬੰਦੇ ਪ੍ਰਤੀਤ ਹੁੰਦੇ ਸਨ। ਉਸ ਨੂੰ ਖੁਸ਼ੀ ਹੋਈ। ਉਸ ਨੇ ਚੋਰ ਸਾਧੂ ਨੂੰ ਆਖਿਆ, ਮਹਾਤਮਾ ਜੀ ਸਦਕੇ ਰਹੋ। ਮੇਰੇ ਧਨ ਭਾਗ ਜੋ ਸਾਧੂ ਮੇਰੇ ਘਰ ਰਹਿਣ, ਮੇਰਾ ਘਰ ਪਵਿੱਤਰ ਹੋਵੇਗਾ। ਮੈਂ ਸੇਵਾ ਕਰਕੇ ਜਨਮ ਸਫਲਾ ਕਰਾਂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ। ਉਹਨਾਂ ਦੀ ਦਇਆ ਦਾ ਹੱਥ ਮੇਰੇ ਸਿਰ ਉੱਪਰ ਹੈ। ਘਰ ਵਿੱਚ ਸਾਧੂ ਆਇਆ ਵੇਖ ਕੇ ਮੂਲੇ ਕੀੜ ਦੀ ਸੁਪਤਨੀ ਬਹੁਤ ਖੁਸ਼ ਹੋਈ ਤੇ ਬੜੇ ਉਤਸ਼ਾਹ ਨਾਲ ਭੋਜਨ ਤਿਆਰ ਕਰਨ ਲੱਗੀ। ਰੀਝ ਸ਼ਰਧਾ ਤੇ ਪਿਆਰ ਨਾਲ ਪ੍ਰਸ਼ਾਦ ਤਿਆਰ ਕੀਤਾ। ਚੋਰ ਸਾਧੂ ਨੂੰ ਛਕਾਇਆ ਤੇ ਮੰਜੇ ਉੱਤੇ ਬਿਸਤਰਾ ਵਿਛਾ ਕੇ ਰਾਤ ਆਰਾਮ ਕਰਨ ਵਾਸਤੇ ਬੇਨਤੀ ਕੀਤੀ। ਚੋਰ ਸਾਧੂ ਮੰਜੇ ਤੇ ਲੇਟ ਗਿਆ ਪਰ ਸੁੱਤਾ ਨਹੀਂ, ਕਿਉਂਕਿ ਉਸ ਦੀ ਨੀਅਤ ਮਾੜੀ ਸੀ। ਉਹ ਭਗਤ ਦੇ ਘਰ ਚੋਰੀ ਕਰਨ ਆਇਆ ਸੀ। ਅੱਧੀ ਰਾਤ ਨੂੰ ਮੂਲਾ ਕੀੜ ਤੇ ਉਸ ਦਾ ਸਾਰਾ ਪਰਿਵਾਰ ਸੌਂ ਗਿਆ। ਪਰਿਵਾਰ ਨੂੰ ਸੁੱਤਿਆਂ ਵੇਖ ਕੇ ਚੋਰ ਸਾਧੂ ਉੱਠਿਆ ਤੇ ਸਾਮਾਨ ਵਾਲੇ ਕੋਠੇ ਦਾ ਜਿੰਦਰਾ ਤੋੜ ਕੇ ਅੰਦਰ ਚਲਾ ਗਿਆ। ਸੋਨੇ ਦੇ ਜੇਵਰਾਂ ਗਹਿਣਿਆਂ ਦਾ ਡੱਬਾ ਉਸ ਨੂੰ ਹੱਥ ਲੱਗਾ। ਘਰ ਦੀ ਕੰਧ ਉੱਚੀ ਸੀ। ਬਾਹਰਲੀ ਦਿਉੜੀ ਦੇ ਦਰਵਾਜ਼ੇ ਨੂੰ ਜਿੰਦਰਾ ਵੱਜਾ ਹੋਇਆ ਵੇਖ ਕੇ ਚੁੱਪਚਾਪ ਤੇ ਅਣਦੱਸੇ ਘਰੋਂ ਨਿਕਲਣ ਦਾ ਕੋਈ ਵਸੀਲਾ ਨਾ ਦੇਖ ਕੇ ਚੋਰ ਸਾਧੂ ਨੇ
ਮੂਲੇ ਕੀੜ ਨੂੰ ਉਠਾਇਆ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਇਸ ਵੇਲੇ ਜੰਗਲ ਮੈਦਾਨ ਜਾ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਅੱਧੀ ਰਾਤ ਬੀਤ ਗਈ ਹੈ। ਮੇਰਾ ਨੇਮ ਹੈ ਕਿ ਅੱਧੀ ਰਾਤ ਦੇ ਪਿੱਛੋਂ ਮੈਂ ਕਿਸੇ ਦੇ ਘਰ ਨਹੀਂ ਰਹਿੰਦਾ। ਤਾਰਿਆਂ ਦੀ ਛਾਵੇਂ ਖੁੱਲੇ ਅਸਮਾਨ ਹੇਠਾਂ ਪ੍ਰਭੂ ਸਿਮਰਨ ਕਰਦਾ ਹਾਂ। ਮੇਰੇ ਗੁਰਦੇਵ ਦਾ ਇਹ ਹੁਕਮ ਹੈ। ਚੋਰ ਸਾਧ ਦੇ ਇਹ ਬਚਨ ਸੁਣ ਕੇ ਮੂਲਾ ਕੀੜ ਉਸ ਨੂੰ ਰੋਕ ਨਾ ਸਕਿਆ। ਹਾਂ, ਇਹ ਜ਼ਰੂਰ ਪ੍ਰਾਰਥਨਾ ਕੀਤੀ, ਮਹਾਰਾਜ ਜੀ ਸਵੇਰੇ ਜ਼ਰੂਰ ਦਰਸ਼ਨ ਦੇਣਾ। ਸੁੱਕਾ ਮਿੱਸਾ ਪ੍ਰਸਾਦਾ ਗਰੀਬ ਦੇ ਗ੍ਰਹਿ ਵਿਖੇ ਛਕਣਾ। ਮੇਰਾ ਤਾਂ ਕੁਝ ਨਹੀਂ, ਜੋ ਕੁਝ ਹੈ ਉਹ ਮੇਰੇ ਗੁਰੂ ਜੀ ਦਾ ਜਾਂ ਸਾਧ ਸੰਗਤ ਦਾ ਹੈ। ਇਹ ਕਹਿ ਕੇ ਮੂਲੇ ਕੀੜ ਨੇ ਬਾਹਰਲੇ ਬੂਹੇ ਦਾ ਜਿੰਦਰਾ ਖੋਲ੍ਹਿਆ। ਜਿੰਦਰਾ ਖੋਲ ਕੇ ਮੂਲਾ ਕੀੜ ਚੋਰ ਸਾਧੂ ਨੂੰ ਪ੍ਰਣਾਮ ਕਰਨ ਲੱਗਾ ਤਾਂ ਭਾਣਾ ਵਾਹਿਗੁਰੂ ਦਾ ਐਸਾ ਵਰਤਿਆ ਕਿ ਉਸ ਵੇਲੇ ਚੋਰ ਦੀ ਕੱਛ ਵਿੱਚ ਸੋਨੇ ਦੇ ਜੇਵਰਾਂ ਵਾਲਾ ਡੱਬਾ ਖਿਸਕ ਕੇ ਧਰਤੀ ਤੇ ਡਿੱਗ ਪਿਆ। ਉਸ ਦਾ ਚੋਖਾ ਖੜਾਕ ਹੋਇਆ। ਉਸ ਖੜਾਕ ਨੇ ਚੋਰ ਦੇ ਸਰੀਰ ਨੂੰ ਹਿਲਾ ਦਿੱਤਾ। ਉਸ ਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ, ਪਰ ਮੂਲੇ ਕੀੜ ਨੇ ਕੋਈ ਸ਼ੱਕ ਨਾ ਕੀਤਾ, ਸਗੋਂ ਡੱਬਾ ਚੁੱਕ ਕੇ ਆਪ ਚੋਰ ਸਾਧ ਨੂੰ ਫੜਾਉਂਦਿਆਂ ਹੋਇਆਂ ਆਖਿਆ ਕਿ ਇਹ ਆਪ ਦੀ ਵਸਤੂ ਡਿੱਗ ਪਈ ਹੈ, ਸਾਂਭ ਕੇ ਰੱਖੋ, ਕਿਤੇ ਹੋਰ ਥਾਂ ਨਾ ਡਿੱਗ ਪਏ। ਕੰਮ ਦੇ ਹੱਥਾਂ ਨਾਲ ਚੋਰ ਸਾਧੂ ਨੇ ਮੂਲੇ ਕੀੜ ਦੇ ਹੱਥੋਂ ਡੱਬਾ ਫੜ ਲਿਆ। ਕੱਛੇ ਮਾਰ ਕੇ ਵਾਹੋ ਦਾਹੀ ਬਾਹਰ ਨਿਕਲ ਗਿਆ। ਮੂਲੇ ਕੀੜ ਨੇ ਦਰਵਾਜ਼ਾ ਬੰਦ ਕੀਤਾ। ਜਿੰਦਰਾ ਮਾਰ ਕੇ ਮੁੜ ਆਪਣੇ ਮੰਜੀ ਉੱਤੇ ਜਾ ਲੇਟਿਆ। ਉਸ ਨੂੰ ਫੁਰਨਾ ਵੀ ਨਾ ਫੁਰਿਆ ਕਿ ਇਹ ਸਾਧੂ ਰਾਤ ਕਿੱਧਰ ਗਿਆ। ਉਸ ਦੇ ਘਰੋਂ ਮਾਲ ਨਾ ਲੈ ਗਿਆ ਹੋਵੇ। ਇਹ ਨੇ ਸੰਤਾਂ ਦੇ ਲੱਛਣ। ਸੰਤਾਂ ਮਹਾਪੁਰਸ਼ਾਂ ਨੇ ਸਦਰ ਵਾਲਾ ਨੇੜੇ ਮੁਕਤਸਰ ਸਾਹਿਬ ਕਬਰ ਢਾਹੁਣ ਉਪਰੰਤ ਗੁਰਦੁਆਰਾ ਸਾਹਿਬ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਕੀਤੀ ਕਿ ਭਾਈ ਦਰ ਦਰ ਤੇ ਆਟਾ ਮੰਗ ਮੰਗ ਕੇ ਖਾਣ ਵਾਲਿਆਂ ਦਾ ਨਾਮ ਫਕੀਰ ਨਹੀਂ, ਰੱਬ ਦੇ ਫਕੀਰ ਬਣਨਾ ਮਹਾਨ ਹੈ। ਫਕੀਰ ਦੇ ਅਰਥ ਹੁੰਦੇ ਹਨ ਫੇ, ਫਨਾਹ, ਕਾਫ, ਕੁਫਰ ਨੂੰ ਤਿਆਗਣਾ ਤੇ ਰੇ ਤੋਂ ਰਹੀਮ ਨਾਲ ਜੁੜਨ ਵਾਲੇ ਦਾ ਨਾਮ ਹੀ ਫਕੀਰ ਹੈ। ਪਰ ਕੁਝ ਲੋਕ ਆਪਣੇ ਆਪ ਨੂੰ ਫਕੀਰਤਾ ਸਦਵਾਉਣ ਲੱਗ ਪਏ ਹਨ, ਪਰ ਅਰਥ ਕੁਝ ਹੋਰ ਹੀ ਕਰ ਬੈਠੇ। ਉਹਨਾਂ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਕੇਵਲ ਫੇ ਫੁਲਕਾ, ਕਾਫ ਕੁਲਚਾ, ਰੇ ਰਮਣੀ ਜਾਂ ਯਖਣੀ ਤੱਕ ਹੀ ਸੀਮਿਤ ਰੱਖਿਆ ਹੈ। ਪਰ ਕਈ ਉਹਨਾਂ ਮੰਗਤਿਆਂ ਕੋਲੋਂ ਹੀ ਮੰਗੀ ਜਾਂਦੇ ਹਨ। ਮੰਗਤਾ ਕਦੇ ਦਾਤਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਸਿਕੰਦਰ ਬਾਦਸ਼ਾਹ ਜਿਸ ਮੌਕੇ ਭਾਰਤ ਤੇ ਹਮਲਾਵਰ ਹੋਇਆ, ਰਸਤੇ ਵਿੱਚ ਉਹ ਇੱਕ ਮਹਾਤਮਾ ਦੇ ਕੋਲ ਗਿਆ। ਮਹਾਤਮਾ ਬੇਪਰਵਾਹ ਸਨ। ਸਿਕੰਦਰ ਨੇ ਨਮਸਕਾਰ ਕਰਕੇ ਮਹਾਤਮਾ ਨੂੰ ਬੁਲਾਇਆ ਅਤੇ ਬੇਨਤੀ ਕੀਤੀ ਕਿ ਆਪ ਮੇਰੇ ਨਾਲ ਚੱਲੋ ਤਾਂ ਕਿ ਮੈਂ ਤੁਹਾਡੀ ਸੇਵਾ ਕਰਕੇ ਆਪਣੇ ਜੀਵਨ ਦਾ ਕੁਝ ਲਾਭ ਪ੍ਰਾਪਤ ਕਰ ਸਕਾਂ। ਮਹਾਤਮਾ ਕਹਿਣ ਲੱਗੇ, ਸਿਕੰਦਰ ਕਿੱਧਰ ਨੂੰ ਤਿਆਰੀ ਹੈ? ਕਹਿਣ ਲੱਗਾ, ਮੈਂ ਫਲਾਣੇ ਮੁਲਕ ਨੂੰ ਜਿੱਤਣ ਲਈ ਚੱਲਿਆ ਹਾਂ। ਮਹਾਤਮਾ ਨੇ ਪੁੱਛਿਆ ਕਿ ਰਾਜਨ, ਉਸ ਤੋਂ ਬਾਅਦ ਤੂੰ ਕੀ ਕਰੇਗਾ? ਕਹਿਣ ਲੱਗਾ ਕਿ ਦੂਜਾ ਮੁਲਕ ਜਿੱਤਾਂਗਾ। ਮਹਾਤਮਾ ਫਿਰ ਬੋਲੇ ਤਾਂ ਜਵਾਬ ਦਿੱਤਾ, ਤੀਜਾ। ਮਹਾਤਮਾ ਪੁੱਛੀ ਗਏ। ਆਖਿਰ ਸਿਕੰਦਰ ਥੱਕ ਕੇ ਕਹਿਣ ਲੱਗਾ, ਮਹਾਰਾਜ ਮੈਂ ਟਿਕ ਕੇ ਬੈਠ ਜਾਵਾਂਗਾ। ਫਿਰ ਸੰਤ ਕਹਿਣ ਲੱਗੇ ਕਿ ਭਾਈ ਅਸੀਂ ਤੇਰੇ ਨਾਲੋਂ ਚੰਗੇ ਹਾਂ, ਕਿਉਂਕਿ ਤੂੰ ਇਤਨੀਆਂ ਜਿੱਤਾਂ ਜਿੱਤ ਕੇ ਟਿਕਣਾ ਹੈ ਤੇ ਅਸੀਂ ਹੁਣ ਹੀ ਟਿਕੇ ਹੋਏ ਹਾਂ। ਸਬਰ ਅੰਦਰ ਸਾਬਰੀ, ਤਨ ਏਵੈ ਜਾ ਲੈਨ, ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਪ੍ਰਚਾਰ ਦੌਰਾਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਸਾਰੇ ਇਤਿਹਾਸੀ ਗੁਰੂ ਘਰਾਂ ਵਿੱਚ ਕਥਾ ਦੇ ਪ੍ਰਚਾਰ ਰਾਹੀਂ ਸਿੱਖੀ ਪ੍ਰਚਾਰ ਕੀਤਾ। 40 ਮੁਕਤਿਆਂ ਦਾ ਇਤਿਹਾਸ ਸੁਣਾਇਆ। ਲਾਗੇ ਲਾਗੇ ਪਿੰਡਾਂ ਵਿੱਚ ਕਥਾ ਦੇ ਪ੍ਰੋਗਰਾਮ ਹੋਏ, ਅੰਮ੍ਰਿਤ ਸੰਚਾਰ ਹੋਏ। ਸੈਂਕੜਿਆਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਫਿਰ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਕੀਤਾ।
ਪਿੰਡ ਧਨੌਲੇ ਤੋਂ ਮਹਾਨ ਵਿਦਾਂਤ ਦੀ ਵਿਦਵਾਨ ਬੀਬੀ ਨਿਰੰਜਨ ਕੌਰ ਨੇ ਬੀਬੀਆਂ ਦੇ ਜਥੇ ਨਾਲ ਸੰਤਾਂ ਦੀ ਕਥਾ ਸੁਣੀ, ਦਰਸ਼ਨ ਕੀਤੇ, ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਫਿਰ ਪਿੰਡ ਰੋਡੇ ਸੰਤ ਕਿਰਪਾਲ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਕਥਾ ਦੇ ਬੜੇ ਚੜ੍ਹਦੀ ਕਲਾ ਦੇ ਪ੍ਰੋਗਰਾਮ ਹੋਏ। ਲਾਗੇ ਲਾਗੇ ਪਿੰਡਾਂ ਵਿੱਚ ਵੀ ਪ੍ਰੋਗਰਾਮ ਕੀਤੇ। ਇਥੋਂ ਅੱਗੇ ਸੰਤਾਂ ਦੇ ਪਿੰਡ ਭੂਰਿਆਂ ਪ੍ਰੋਗਰਾਮ ਹੋਇਆ। ਬਾਬੇ ਤਿੰਘਾਣੇ ਦੇ ਸਾਲਾਨਾ ਜੋੜ ਮੇਲੇ ਵਿੱਚ ਕਥਾ ਦੀ ਹਾਜ਼ਰੀ ਭਰੀ। ਸ੍ਰੀ ਅੰਮ੍ਰਿਤਸਰ ਵਿੱਚ ਠਾਕੁਰਾਂ ਦੇ ਡੇਰੇ ਵਾਲੇ ਮਹੰਤ ਇੰਨੇ ਪ੍ਰੇਮ ਵਿੱਚ ਆ ਗਏ, ਕਹਿਣ ਲੱਗੇ ਕਿ ਮਹਾਂਪੁਰਖੋ, ਠਾਕੁਰਾਂ ਦਾ ਡੇਰਾ ਤੁਹਾਡੇ ਨਾਂ ਕਰਨਾ ਚਾਹੁੰਦੇ ਹਾਂ। ਆਗਿਆ ਹੋਏ ਤਾਂ ਲਿਖਾ ਪੜ੍ਹੀ ਹੋ ਜਾਏ। 20 ਕੁ ਲੱਖ ਦੀ ਪ੍ਰਾਪਰਟੀ ਹੈ। ਸੰਤਾਂ ਨੇ ਕਿਹਾ, ਸੰਤੋ, ਮੇਰਾ ਕੰਮ ਸਿੱਖੀ ਪ੍ਰਚਾਰ ਕਰਨ ਦੀ ਡਿਊਟੀ ਹੈ। ਡੇਰਿਆਂ ਵਿੱਚ ਪੈ ਗਏ ਤਾਂ ਸਿੰਘਾਂ ਵਿੱਚ ਈਰਖਾ ਹੋ ਜਾਏਗੀ। ਧੰਨਵਾਦ ਆਪ ਜੀ ਦੇ ਪ੍ਰੇਮ ਦਾ। ਕਾਦੀਆਂ ਸ਼ਹਿਰ ਤੇ ਖਾਲਸਾ ਕਾਲਜ ਵਿੱਚ ਕਥਾ ਦਾ ਪ੍ਰੋਗਰਾਮ ਸੀ। ਕੁਝ ਬੱਚੇ ਅਤੇ ਟੀਚਰ ਦਾਹੜੀਆਂ ਕੱਟਦੇ ਸਨ। ਸੰਤਾਂ ਕਥਾ ਵਿੱਚ ਵੀਰ ਰਸ ਵਿੱਚ ਸਿੱਖੀ ਰਹਿਤ ਦੱਸੀ ਅਤੇ ਕਿਹਾ, ਪ੍ਰਿੰਸੀਪਲ ਜੀ, ਇਹ ਖਾਲਸਾ ਕਾਲਜ ਹੈ ਕਿ ਦਾਹੜੀ ਮੁੰਨਾ ਕਾਲਜ ਹੈ। ਸੰਤਾਂ ਦੇ ਬਚਨਾਂ ਸਦਕਾ ਪ੍ਰਿੰਸੀਪਲ ਤੇ ਐਸਾ ਅਸਰ ਹੋਇਆ, ਜੋ ਵਿਦਿਆਰਥੀ ਜਾਂ ਟੀਚਰ ਦਾਹੜੀਆਂ ਕੱਟਦੇ ਹਨ ਜਾਂ ਦਾਹੜੀਆਂ ਰੱਖ ਲੈਣ ਜਾਂ ਕਾਲਜ ਛੱਡ ਜਾਣ, ਨਿਰੋਲ ਸਿੱਖੀ ਵਾਲਾ ਕਾਲਜ ਹੋ ਗਿਆ। ਬੇਦੀਆਂ ਦੀ ਅੰਸ਼ ਬੰਸ ਦੇ ਬਾਬਾ ਮਧੂਸੂਦਨ ਸਿੰਘ ਦਾ ਦਾਹੜਾ ਖੁਲਾਇਆ। ਅੱਗੇ ਪਿੰਡ ਜਫਰਵਾਲ ਗਏ। ਗਿਆਨੀ ਸਵਰਨ ਸਿੰਘ, ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਦੇ 13 ਸਾਲ ਗੜਵਈ ਦੀ ਸੇਵਾ ਕੀਤੀ। ਕਥਾ ਵੀ ਪੜ੍ਹੀ। ਸੁਲਤਾਨਪੁਰ ਹੱਟ ਸਾਹਿਬ ਅਤੇ ਬੇਰ ਸਾਹਿਬ ਹੈਡ ਗ੍ਰੰਥੀ ਦੀ ਸੇਵਾ ਵੀ ਕੀਤੀ। ਮਹਾਂਪੁਰਖਾਂ ਦਾ ਵੀ ਪ੍ਰੇਮੀ ਸੀ। ਸੰਤਾਂ ਦੇ ਭਵਿੱਖਤ ਬਚਨ। ਜਦੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਬੜੀ ਜ਼ੋਰ ਸ਼ੋਰ ਨਾਲ ਤਿਆਰੀ ਹੋ ਰਹੀ ਸੀ, ਇਲਾਕੇ ਦੀਆਂ ਸੰਗਤਾਂ, ਪਿੰਡ ਮਹਿਤੇ ਦੇ ਪ੍ਰੇਮੀ, ਸਾਰਾ ਜਥਾ ਨਾਲ ਹੀ ਸੰਤ ਜੀ ਰਾਤ ਦਿਨ ਸੇਵਾ ਕਰਾ ਰਹੇ ਸਨ। ਬੜਾ ਭਾਰੀ ਤੇ ਡੂੰਘਾ ਛੱਪੜ ਪੂਰਨ ਦਾ ਕੰਮ ਚੱਲ ਰਿਹਾ ਸੀ। ਜੋ ਮੁਖੀ ਵਿਦਿਆਰਥੀ ਸਨ, ਉਹ ਸੇਵਾ ਦੇ ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਚਾਹੁੰਦੇ ਸਨ। ਵਿਦਿਆਰਥੀਆਂ ਨੇ ਰਾਏ ਕਰਕੇ ਸੰਤਾਂ ਦੇ ਗੁਰ ਭਾਈ ਤੇ ਮੁਖੀ ਵਿਦਿਆਰਥੀ ਉਜਾਗਰ ਸਿੰਘ ਪਾਸ ਬੇਨਤੀ ਕੀਤੀ, ਸੰਤਾਂ ਨੂੰ ਬੇਨਤੀ ਕੀਤੀ ਜਾਏ। ਭਗਤ ਜੀ ਨੇ ਸੰਤਾਂ ਪਾਸ ਜਾ ਕੇ ਬੇਨਤੀ ਕਰ ਦਿੱਤੀ। ਸੰਤਾਂ ਨੇ ਉੱਤਰ ਦਿੱਤਾ, ਭਗਤ ਜੀ, ਗੁਰੂ ਦਰਬਾਰ ਛੇਤੀ ਬਣਾਉਣਾ ਹੈ। ਥੋੜੇ ਚਿਰ ਬਾਅਦ ਸਿੰਘਾਂ ਦੀ ਇੱਛਾ ਵੀ ਪੂਰੀ ਕੀਤੀ ਜਾਵੇਗੀ। ਭਗਤ ਜੀ ਕਹਿਣ ਲੱਗੇ, ਸੰਤ ਜੀ, ਗੁਰਦੁਆਰਾ ਛੋਟਾ ਜੇ ਬਣਾ ਲਈਏ, ਏਡਾ ਵੱਡਾ ਕਿਲੇ ਵਾਂਗੂ ਬਣਾਉਣ ਦੀ ਲੋੜ ਹੈ? ਇੱਥੇ ਕਿਹੜੀਆਂ ਜੰਗਾਂ ਲੜਨੀਆਂ ਹਨ? ਸੰਤਾਂ ਨੇ ਉੱਤਰ ਦਿੱਤਾ, ਭਗਤ ਜੀ, ਸਮਾਂ ਦੱਸੇਗਾ ਕਿਲੇ ਵਾਂਗ ਗੁਰ ਦਰਬਾਰ ਦੀ ਕੀ ਲੋੜ ਸੀ। ਸੋ ਸੰਤਾਂ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਸੀ, ਜੋ ਅੱਜ ਪੂਰਾ ਹੋ ਰਿਹਾ ਹੈ। ਸੰਤਾਂ ਦਾ ਸਿੱਖੀ ਪ੍ਰਚਾਰ ਸ਼ੁਰੂ। ਭਾਈ ਰਣਬੀਰ ਸਿੰਘ ਜੀ ਫੌਜੀ। ਸੰਤਾਂ ਦਾ ਦੇਹਧਾਰੀ ਨਿਰੰਕਾਰੀਆਂ ਨਾਲ ਕਈ ਵਾਰ ਖਿਆਲਾਂ ਦਾ ਟਾਕਰਾ ਹੋ ਜਾਂਦਾ। ਇੱਕ ਸਮਾਂ ਆਇਆ, ਭਾਈ ਰਣਬੀਰ ਸਿੰਘ ਜੀ ਫੌਜੀ ਨੇ ਸੰਤਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ, ਜੀ ਕਰਦਾ ਹੈ ਕਿ 5-7 ਨੂੰ ਸੋਧਾ ਲਾ ਕੇ ਸ਼ਹੀਦ ਹੋ ਜਾਵਾਂ। ਸੰਤਾਂ ਨੇ ਕਿਹਾ, ਫੌਜੀ ਜੀ, ਧੀਰਜ ਰੱਖੋ, ਅੱਗੇ ਸਮਾਂ ਆਉਣ ਤੇ ਤੇਰੀ ਇਹ ਇੱਛਾ ਵੀ ਪੂਰੀ ਹੋ ਜਾਏਗੀ। ਸੋ 13 ਸ਼ਹੀਦ ਸਿੰਘਾਂ ਸਮੇਂ ਬਚਨ ਪੂਰੇ ਹੋਏ। ਇਹ ਸਨ ਸੰਤਾਂ ਦੇ ਭਵਿੱਖਤ ਬਚਨ। ਮਹਾਨ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਭਵਿੱਖਤ ਬਚਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਅੱਗੇ ਵਿਦਿਆਰਥੀਆਂ ਦੇ ਅਸੂਲ ਜੋ ਉਸ ਸਮੇਂ ਸਨ ਜਥੇ ਵਿੱਚ ਉਹ ਪੜ੍ਹੀਏ। ਵਿਦਿਆਰਥੀਆਂ ਦੇ ਅਸੂਲ। ਹਰ 7ਵੇਂ ਦਿਨ ਜਥੇ ਦੇ ਨਿਯਮ ਸੰਗਤ ਵਿੱਚ ਸੁਣਾਏ ਜਾਂਦੇ ਸਨ, ਤਾਂ ਕਿ ਸਾਰੇ ਸਿੰਘ ਨਿਯਮ ਯਾਦ ਰੱਖਣ। ਉਲੰਘਣਾ ਕਰਨ ਵਾਲੇ ਸਿੰਘ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਜਥੇ ਵਿੱਚੋਂ ਬਾਹਰ ਜਾ ਕੇ ਬਾਜ਼ਾਰ ਵਿੱਚ ਕੋਈ ਸਿੰਘ ਚੀਜ਼ ਨਹੀਂ ਖਾ ਸਕਦਾ, ਨਾ ਹੀ ਬਿਨਾਂ ਆਗਿਆ ਘਰੋਂ ਕੋਈ ਚੀਜ਼ ਮੰਗਾ ਸਕਦਾ ਸੀ। ਜਥੇ ਦਾ ਲੰਗਰ, ਸਿੰਘਾਂ ਦੇ ਬਸਤਰ ਬਣਾਉਣ ਅਤੇ ਜਥੇ ਦੇ ਬਹੁਤ ਸਾਰੇ ਪ੍ਰਬੰਧ ਦੀ ਸੇਵਾ ਸਤਿਕਾਰਯੋਗ ਸੰਤ ਬਾਬਾ ਠਾਕੁਰ ਸਿੰਘ ਜੀ ਕਰਦੇ ਸਨ।
ਜਿਵੇਂ ਮਾਂ ਆਪਣੇ ਪੁੱਤਰ ਨੂੰ ਸਾਂਭਦੀ ਹੈ, ਇਸ ਤੋਂ ਵੀ ਵੱਧ ਬਾਬਾ ਜੀ ਹਰ ਇੱਕ ਸਿੰਘ ਦੀ ਲੋੜ ਨੂੰ ਪੂਰਾ ਕਰਦੇ ਸਨ। ਸੰਤ ਜੀ ਸਾਰੇ ਕੰਮ ਬਾਬਾ ਜੀ ਦੀ ਸਲਾਹ ਨਾਲ ਕਰਦੇ ਸਨ। ਬਹੁਤੀ ਵੇਰ ਮਹਾਂਪੁਰਖਾਂ ਕੋਲੋਂ ਇਹ ਲਫ਼ਜ਼ ਆਮ ਸਿੰਘ ਸੁਣਦੇ, ਸਿੰਘੋ ਰੱਬ ਨੇ ਸੋਹਣੇ ਸਰੀਰ ਦਿੱਤੇ, ਚੰਗਾ ਖਾਣ ਨੂੰ ਦਿੱਤਾ ਤੇ ਸਭ ਤੋਂ ਵੱਧ ਕੇ ਸਿੰਘਾਂ ਦੇ ਘਰ ਦਾ ਜਨਮ ਦਿੱਤਾ, ਤੇ ਫਿਰ ਆਪਾਂ ਨੂੰ ਨੀਂਦ ਜਾਂ ਆਲਸ ਆਵੇ ਤੇ ਇੱਕ ਇੱਕ ਪਲ ਸਿੱਖੀ ਪ੍ਰਚਾਰ ਵਾਸਤੇ ਨਾ ਲਾਈਏ ਤਾਂ ਆਪਾਂ ਨੂੰ ਜਿਉਣ ਦਾ ਹੱਕ ਨਹੀਂ ਹੈ। ਜਥੇ ਵਿੱਚ ਸ਼ਸਤਰ ਵਿਦਿਆ ਜਾਂ ਗੱਤਕਾ ਵੀ ਸਿਖਾਇਆ ਜਾਂਦਾ ਸੀ ਤੇ ਜਲੂਸਾਂ ਜਾਂ ਸੰਗਤਾਂ ਦੇ ਇਕੱਠਾਂ ਵਿੱਚ ਸਿੰਘ ਸ਼ਸਤਰ ਵਿਦਿਆ ਦੇ ਜੌਹਰ ਵਿਖਾਉਂਦੇ ਸਨ। ਜਥੇ ਦੇ ਇੱਕ ਸਿੰਘ ਦੀ ਡਿਊਟੀ ਸੀ ਕਿ ਉਹ ਅੰਮ੍ਰਿਤ ਵੇਲੇ 4 ਵਜੇ ਸਾਰੇ ਸਿੰਘਾਂ ਨੂੰ ਉਠਾਵੇ। ਜੋ ਨਾ ਉੱਠੇ ਤਾਂ ਉਸ ਉੱਤੇ ਪਾਣੀ ਦਾ ਗੜਵਾ ਪਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਸਾਰੇ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਸਨ। ਕੋਈ ਵੀ ਕੰਮ ਕਰਨਾ ਹੋਵੇ ਸਾਰੇ ਜਥੇ ਨੂੰ ਇਕੱਠਿਆਂ ਕਰਕੇ ਸੰਤ ਜੀ ਸਭ ਦੀ ਸਲਾਹ ਲੈਂਦੇ ਸਨ। ਮਹਿਤੇ ਸਾਲਾਨਾ ਬਰਸੀ ਦਾ ਇਕੱਠ 14, 15, 16 ਹਾੜ ਨੂੰ ਮਹਿਤੇ ਵਿਖੇ ਵੱਡੇ ਮਹਾਂਪੁਰਖਾਂ ਦੀ ਬਰਸੀ ਮਨਾਈ ਜਾਂਦੀ ਹੈ। 14 ਹਾੜ ਨੂੰ ਰੈਣ ਸਬਾਈ ਕੀਰਤਨ, 15 ਹਾੜ ਨੂੰ ਢਾਡੀ ਦਰਬਾਰ ਅਤੇ 16 ਹਾੜ ਨੂੰ ਬਾਹਰੋਂ ਆਏ ਗੁਰਮੁਖਾਂ ਸੰਤਾਂ ਮਹਾਤਮਾ ਰਾਗੀ ਢਾਡੀ ਜਥਿਆਂ ਨੂੰ ਸਿਰੋਂ ਪਾਉ ਦੇ ਕੇ ਸਤਿਕਾਰਿਆ ਜਾਂਦਾ ਹੈ। ਆਸ-ਪਾਸ ਤੇ ਦੂਰੋਂ ਦੂਰੋਂ ਭਲਾਈ ਨਗਰ, ਪਟਨਾ ਸਾਹਿਬ, ਬੰਬਈ, ਕਲਕੱਤਾ, ਸ੍ਰੀ ਗੰਗਾ ਨਗਰ ਤੋਂ ਹਜ਼ਾਰਾਂ ਸੰਗਤਾਂ ਪੁੱਜਦੀਆਂ ਹਨ। ਇਸ ਮੌਕੇ ਤੇ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਮਹਾਂਪੁਰਖ ਖੁਸ਼ੀ ਮਹਿਸੂਸ ਕਰਦੇ ਸਨ। ਇਸ ਮੇਲੇ ਦੀ ਹੋਰਨਾਂ ਮੇਲਿਆਂ ਨਾਲੋਂ ਇਹ ਵਿਲੱਖਣਤਾ ਹੁੰਦੀ ਹੈ ਕਿ ਆਉਣ ਵਾਲੇ ਤਕਰੀਬਨ ਹਰ ਮਾਈ ਭਾਈ ਦੇ ਗਾਤਰੇ ਕਿਰਪਾਨ ਹੁੰਦੀ ਹੈ ਤੇ ਸਾਰੇ ਪਾਸੇ ਨੀਲੀਆਂ, ਕਾਲੀਆਂ ਤੇ ਕੇਸਰੀ ਦਸਤਾਰਾਂ ਦਾ ਠਾਠਾਂ ਮਾਰਦਾ ਸਮੁੰਦਰ ਦਿਸ ਰਿਹਾ ਹੁੰਦਾ ਹੈ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਜਿਨ੍ਹਾਂ ਦਾ ਸੰਤਾਂ ਨਾਲ ਅਥਾਹ ਪਿਆਰ ਸੀ, ਉਹ ਇਸ ਮੇਲੇ ਵਿੱਚ ਦੁੱਧ ਲਿਆਉਣ ਦੀ ਬਹੁਤ ਭਾਰੀ ਸੇਵਾ ਕਰਦੇ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਰਾਮਦਾਸ ਸੇਵਕ ਜਥੇ ਦੇ ਪ੍ਰੇਮੀ ਜੋੜਿਆਂ ਤੇ ਸਾਈਕਲਾਂ ਆਦਿ ਦੀ ਸੇਵਾ ਕਰਦੇ। ਰੈੱਡ ਕਰਾਸ ਦਾ ਕੈਂਪ ਭਾਈ ਮਨਜੀਤ ਸਿੰਘ ਲਗਾਉਂਦੇ। ਪਿੰਡ ਮਹਿਤੇ ਦੇ ਪ੍ਰੇਮੀ ਵੀ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰਦੇ ਹਨ। ਜਥੇ ਵਿੱਚ ਪੜ੍ਹਾਈ ਦੇ ਨਿਯਮ। ਜਥੇ ਵਿੱਚ ਸਕੂਲਾਂ ਵਾਂਗ ਵੱਖ-ਵੱਖ ਸੈਕਸ਼ਨ ਬਣੇ ਸਨ। ਜਿਹੜੇ ਸਿੰਘਾਂ ਨੂੰ ਜਥੇ ਵਿੱਚ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਸੀ ਤੇ ਜੋ ਗੁਰਮਤਿ ਦੀ ਪੜ੍ਹਾਈ, ਪਾਠਾਂ ਦੇ ਭੇਦ, ਸ਼ੁੱਧ ਉਚਾਰਨ ਅਤੇ ਗੁਰਬਾਣੀ ਦੇ ਅਰਥਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ, ਉਹਨਾਂ ਪਾਸ 8-8 ਜਾਂ 10-10 ਵਿਦਿਆਰਥੀ ਸਨ। ਜਥੇ ਵਿੱਚ ਕਾਫੀ ਪੜ੍ਹੇ ਲਿਖੇ ਸਿੰਘ ਵੀ ਆਉਂਦੇ ਸਨ। ਹਰ ਨਵੇਂ ਸ਼ਾਮਿਲ ਹੋਏ ਸਿੰਘ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ 5 ਬਾਣੀਆਂ ਦੇ ਨਿਤਨੇਮ ਦੀ ਸੰਥਿਆ ਕਰਵਾਈ ਜਾਂਦੀ ਸੀ। ਫਿਰ 5 ਗ੍ਰੰਥੀ, 22 ਵਾਰਾਂ ਭਗਤ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ 12 ਤੇ ਕਬਿੱਤ ਸਵਈਏ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਵੇਦਾਂਤ ਦੀਆਂ ਪੁਸਤਕਾਂ ਜਿਹਾ ਕਿ ਸਾਰੁਕ ਤਾਵਲੀ, ਭਾਵ ਰਸਾਮ੍ਰਿਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼, ਵਿਚਾਰ ਸਾਗਰ, ਚਾਣਾਕਾ, ਮੋਕਸ਼ ਪੰਥ, ਬਿਰਤੀ ਪ੍ਰਭਾਕਰ ਆਦਿ ਗੁਹਜ ਭਾਵਾਂ ਨੂੰ ਸਮਝਣ ਲਈ ਪੜ੍ਹਾਏ ਜਾਂਦੇ ਸਨ। ਇੱਕ ਅਧਿਆਪਕ ਵਾਂਗ ਸੰਤ ਜੀ ਬੋਰਡ ਤੇ ਲਿਖ ਲਿਖ ਕੇ ਸਮਝਾਉਂਦੇ ਸਨ। ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ। ਉਸ ਵਿੱਚ ਲਗਾ, ਮਾਤਰਾ ਅਤੇ ਸ਼ੁੱਧ ਉਚਾਰਨ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਸਾਰੇ ਸਿੰਘ ਦੀਵਾਨ ਵਿੱਚ ਪੋਥੀਆਂ ਪ੍ਰਕਾਸ਼ ਕਰਦੇ ਸਨ। ਜਿਵੇਂ ਜਿਵੇਂ ਸੰਤ ਜੀ ਗੁਰਬਾਣੀ ਦੇ ਅਰਥ ਕਰਦੇ ਸਨ, ਤਿਵੇਂ ਤਿਵੇਂ ਸਿੰਘ ਪੋਥੀਆਂ ਤੋਂ ਨਾਲ ਨਾਲ ਵੇਖਦੇ ਸਨ ਤੇ ਕਾਪੀਆਂ ਤੇ ਸਾਰੀ ਕਥਾ ਲਿਖੀ ਜਾਂਦੇ ਸਨ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਸ਼ਾਮ ਨੂੰ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਵਾਰੀ-ਵਾਰੀ ਕਥਾ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਦ੍ਰਿੜ ਕਰਵਾਉਣ ਵਾਸਤੇ ਹਰ ਰੋਜ਼ ਬਿਨਾਂ ਕਿਸੇ ਢਿੱਲ ਦੇ ਕੀਤੀ ਜਾਂਦੀ ਸੀ।
ਹਰੇਕ ਸਿੰਘ ਨੂੰ ਸੰਥਿਆ 5 ਵਾਰ ਜ਼ਰੂਰ ਪੜ੍ਹਨੀ ਪੈਂਦੀ ਸੀ। ਸਾਰੇ ਸਿੰਘਾਂ ਨੂੰ ਵੱਧ ਤੋਂ ਵੱਧ ਬਾਣੀ ਕੰਠ ਕਰਵਾਈ ਜਾਂਦੀ ਸੀ। ਹਫ਼ਤੇ ਪਿੱਛੋਂ ਪੜਤਾਲ ਕੀਤੀ ਜਾਂਦੀ ਸੀ ਕਿ ਹੋਰ ਕਿੰਨੀ ਬਾਣੀ ਯਾਦ ਕੀਤੀ ਹੈ। ਇਸ ਤਰ੍ਹਾਂ ਸੰਤ ਜੀ ਜਥੇ ਸਮੇਤ ਵੱਡੇ ਮਹਾਂਪੁਰਖਾਂ ਵਾਂਗ ਸਾਰੇ ਭਾਰਤ ਭਰ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਸਨ। ਇਸ ਦਮਦਮੀ ਟਕਸਾਲ ਦਾ ਹਰ ਪਲ ਵਿਚਰ ਕੇ ਸੰਗਤਾਂ ਨੂੰ ਕਥਾ ਸੁਣਾਉਣ ਅਤੇ ਵਿਦਿਆ ਪੜ੍ਹਾਉਣ ਵਿੱਚ ਬੀਤਦਾ ਸੀ। ਇਸੇ ਕਰਕੇ ਸਮੂਹ ਪੰਥ ਵੱਲੋਂ ਇਸ ਸੰਸਥਾ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਦੇ ਨਾਮ ਨਾਲ ਵਡਿਆਇਆ ਜਾਂਦਾ ਹੈ। ਕਥਾ ਦੇ ਨਾਲ ਨਾਲ ਦੋਵੇਂ ਵੇਲੇ ਜਥੇ ਦੇ ਰਾਗੀ ਸਿੰਘ ਬਹੁਤ ਰਸ ਭਿੰਨੜਾ ਕੀਰਤਨ ਕਰਦੇ ਸਨ। ਸੰਤਾਂ ਵਿੱਚ ਸਿੱਖੀ ਪ੍ਰਚਾਰ ਦੀ ਤੜਪ। ਮਹਾਂਪੁਰਖਾਂ ਦਾ ਜੀਵਨ ਚੁੰਬਕ ਵਰਗਾ ਸੀ। ਆਪ ਨਾਮ ਬਾਣੀ ਦੇ ਰਸੀਏ ਤੇ ਸਿਮਰਨ ਭਜਨ ਵਿੱਚ ਲਿਵਲੀਨ ਰਹਿੰਦੇ ਸਨ। ਹਰ ਸਮੇਂ ਸਿੱਖੀ ਦੇ ਪ੍ਰਚਾਰ, ਪੰਥ ਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੋਚਦੇ ਤੇ ਵਿਚਾਰਾਂ ਕਰਦੇ ਰਹਿੰਦੇ ਸਨ ਕਿ ਸਾਡੀ ਕੌਮ ਗੁਰਸਿੱਖੀ ਤੋਂ ਕਿਉਂ ਪਾਸੇ ਜਾ ਰਹੀ ਹੈ। ਕਿ ਅੱਜ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਭੁੱਲ ਗਏ ਹਨ? ਕਿ ਗੁਰੂ ਸਾਹਿਬਾਂ ਵੱਲੋਂ ਕੀਤੇ ਪਰਉਪਕਾਰ ਅੱਖੋਂ ਓਹਲੇ ਕੀਤੇ ਗਏ ਹਨ? ਕਿ ਅੱਜ ਸਿੱਖ ਮੁਸਲਮਾਨਾਂ ਤੇ ਹਿੰਦੂਆਂ ਦੀ ਈਨ ਮੰਨਣ ਲਈ ਤਿਆਰ ਹੋ ਗਏ ਹਨ? ਜੋ ਅੱਜ ਤੋਂ 300 ਸਾਲ ਪਹਿਲਾਂ ਐਸੇ ਮੁਸੀਬਤਾਂ ਦੇ ਦਿਨਾਂ ਵਿੱਚ ਵੀ ਨਾ ਮੰਨੀ, ਸਿਆਣੇ ਸਿੰਘਾਂ ਨਾਲ ਆਪ ਹਰ ਰੋਜ਼ ਵਿਚਾਰਾਂ ਕਰਦੇ ਰਹਿੰਦੇ ਸਨ ਕਿ ਕਿਵੇਂ ਗੁਰਸਿੱਖੀ ਦੇ ਪ੍ਰਚਾਰ ਨੂੰ ਘਰ ਘਰ ਪਹੁੰਚਾਇਆ ਜਾਵੇ। ਰਾਤ ਦੇ 12-1 ਵਜੇ ਤੱਕ ਰੋਜ਼ਾਨਾ ਕੰਮ ਕਰਨਾ ਅਤੇ ਸਵੇਰੇ 4 ਵਜੇ ਉੱਠਣਾ ਇਹਨਾਂ ਦਾ ਨਿਤਨੇਮ ਸੀ। 5 ਛੋਟੇ ਜਥੇ, ਜਿਨ੍ਹਾਂ ਵਿੱਚ ਇੱਕ ਗਿਆਨੀ, ਇੱਕ ਰਾਗੀ ਜਥਾ ਤੇ 5 ਪਿਆਰੇ ਹੋਣ, ਬਣਾ ਕੇ ਬਾਹਰ ਪ੍ਰਚਾਰ, ਕੀਰਤਨ ਤੇ ਅੰਮ੍ਰਿਤ ਸੰਚਾਰ ਕਰਨ ਵਾਸਤੇ ਭੇਜੇ ਜਾਂਦੇ ਸਨ ਅਤੇ ਹਫ਼ਤੇ ਬਾਅਦ ਆ ਕੇ ਉਹ ਸਾਰੀ ਰਿਪੋਰਟ ਦਿੰਦੇ ਸਨ। ਥਾਂ ਥਾਂ ਤੋਂ ਪ੍ਰੋਗਰਾਮ ਦੀ ਮੰਗ ਬਹੁਤ ਜ਼ਿਆਦਾ ਸੀ। ਸੰਤ ਜੀ ਕਦੇ ਵੀ ਕਿਸੇ ਨੂੰ ਨਾ ਨਹੀਂ ਸਨ ਕਰਦੇ। ਨਾਭਾ ਸਾਹਿਬ ਸੰਤਾਂ ਦੀ ਸਿਹਤ ਬਹੁਤ ਖਰਾਬ ਹੋਣ ਕਰਕੇ ਸਿੰਘਾਂ ਨੇ ਫੜ ਕੇ ਪੌੜੀਆਂ ਤੇ ਚੜਾਇਆ। ਪਰ ਜਦ ਚੰਡੀਗੜ੍ਹ ਦੀ ਸੰਗਤ ਨੇ ਰਾਤ 10 ਵਜੇ ਆ ਕੇ ਆਖਿਆ ਕਿ ਦੀਵਾਨ ਸੱਜਿਆ ਹੈ, ਆਪ ਜ਼ਰੂਰ ਚੱਲੋ, ਭਾਵੇਂ 10 ਮਿੰਟ ਹੀ ਬੋਲੋ, ਸਾਰੀ ਸੰਗਤ ਉਡੀਕ ਰਹੀ ਹੈ, ਤਾਂ ਸਿੰਘਾਂ ਦੇ ਕਹਿਣ ਤੇ ਬਾਵਜੂਦ ਵੀ ਆਪ ਜੀ ਨਾ ਰੁਕੇ ਤੇ ਉਸ ਦਿਨ ਚੰਡੀਗੜ੍ਹ ਸੈਕਟਰ 19D ਵਿੱਚ 2 ਘੰਟੇ ਗੱਜ ਵੱਜ ਕੇ ਕਥਾ ਕੀਤੀ। ਕਈ ਵਾਰ ਇੱਕ ਦਿਨ ਵਿੱਚ ਸੰਤ ਜੀ 8-9 ਵਾਰੀ ਕਥਾ ਕਰਦੇ ਸਨ। ਨੀਂਦ ਦਾ ਨਾਂ ਵੀ ਨਹੀਂ ਸਨ ਲੈਣ ਦਿੰਦੇ। ਜ਼ਿਆਦਾ ਬੇਨਤੀ ਕਰਨ ਤੇ ਇਹ ਕਹਿੰਦੇ ਸਨ, ਸਿੰਘੋ ਸਰੀਰਾਂ ਦਾ ਕੋਈ ਪਤਾ ਨਹੀਂ, ਰੱਜ ਰੱਜ ਕੇ ਕੌਮ ਦੀ ਪ੍ਰਚਾਰ ਰਾਹੀਂ ਸੇਵਾ ਕਰਨੀ ਚਾਹੀਦੀ ਹੈ। 10ਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਿੰਘਾਂ ਦੇ ਘਰ ਜਨਮ ਹੋਵੇ ਤੇ ਆਪਾਂ ਸੌਂ ਕੇ ਰਾਤਾਂ ਲੰਘਾ ਦਈਏ, ਆਪਣੇ ਵਾਸਤੇ ਲਾਹਨਤ ਹੈ। ਦਿਨ ਵਿੱਚ ਜਿੰਨੀਆਂ ਜ਼ਿਆਦਾ ਕਥਾਵਾਂ ਕਰਦੇ ਸਨ, ਉਤਨੇ ਹੀ ਖੁਸ਼ ਤੇ ਤੰਦਰੁਸਤ ਪ੍ਰਤੀਤ ਹੁੰਦੇ ਸਨ। ਆਪਣੀ ਨੀਂਦ ਰਸਤੇ ਵਿੱਚ ਸੀਟ ਤੇ ਲੰਮੇ ਪੈ ਕੇ ਹੀ ਪੂਰੀ ਕਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਪਟਿਆਲਾ, ਚੰਡੀਗੜ੍ਹ ਅਤੇ ਅੰਬਾਲਾ 3 ਥਾਵਾਂ ਤੇ 2 ਦਿਨਾਂ ਵਾਸਤੇ ਪ੍ਰੋਗਰਾਮ ਬਣਾਇਆ ਗਿਆ। ਇੱਕੋ ਸਮੇਂ 3 ਥਾਵਾਂ ਤੇ ਦੀਵਾਨ ਸਨ ਤਾਂ ਪ੍ਰੋਗਰਾਮ ਕੱਟਣ ਨਾ ਦਿੱਤੇ, ਸਗੋਂ ਚਾਹ ਨਾਲ ਪ੍ਰਵਾਨਗੀ ਦਿੱਤੀ ਅਤੇ ਕਾਰ ਵਿੱਚ ਜਾ ਕੇ 1-1 ਘੰਟੇ ਦੇ ਫਰਕ ਨਾਲ ਸਵੇਰੇ ਸ਼ਾਮ 3 ਸ਼ਹਿਰਾਂ ਵਿੱਚ 2 ਦਿਨ ਕਥਾ ਕਰਦੇ ਰਹੇ। ਉਹਨਾਂ ਦੇ ਮਨ ਵਿੱਚ ਸਿੱਖੀ ਬਾਰੇ ਇੰਨੀ ਤਾਂਘ ਸੀ ਕਿ ਹਰ ਇੱਕ ਆਦਮੀ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਵੇ ਅਤੇ ਸਾਰੀ ਦੁਨੀਆ ਵਿੱਚ ਸਾਰੇ ਪਾਸੇ ਸਿੰਘ ਹੀ ਸਿੰਘ ਨਜ਼ਰ ਆਉਣ। ਉਹਨਾਂ ਦੀ ਕਥਾ ਤੋਂ ਹਰ ਇੱਕ ਪ੍ਰਾਣੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਸਲਾਉਦੀ ਸਿੰਘਾਂ ਦੀ ਪਿੰਡ ਵਿੱਚ ਵੜਦਿਆਂ ਸ਼ਰਾਬ ਦੇ ਠੇਕੇ ਤੇ ਬੋਰਡ ਲੱਗਾ ਵੇਖਿਆ, ਠੇਕਾ ਸ਼ਰਾਬ ਦੇਸੀ ਸਲਾਉਦੀ ਸਿੰਘਾਂ ਦੀ। ਤਾਂ ਉੱਥੇ ਡਟ ਕੇ ਪ੍ਰਚਾਰ ਕੀਤਾ ਕਿ ਪਿੰਡ ਦਾ ਨਾਮ ਸਲਾਉਦੀ ਸਿੰਘਾਂ ਦੀ ਤੇ ਨਾਲੇ ਬੱਬਰ ਅਕਾਲੀਆਂ ਵਿੱਚ ਇਸ ਪਿੰਡ ਦੇ ਸਿੰਘਾਂ ਨੇ ਹਿੱਸਾ ਲਿਆ ਹੋਵੇ ਤੇ ਇਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਹੋਵੇ। ਉਸ ਵੇਲੇ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁੱਕਿਆ ਜਾਵੇਗਾ ਅਤੇ ਉੱਥੇ ਸੰਤਾਂ ਦੀ ਪ੍ਰੇਰਣਾ ਦੁਆਰਾ 170 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸੰਤ ਜੀ ਆਪਣੇ ਨਗਰ ਭੂਰਾ ਕੋਹਨਾ ਜਥੇ ਸਮੇਤ ਪੁੱਜੇ ਸਨ।
ਖੇਮ ਕਰਨ ਤੇ ਭੂਰਿਆਂ ਦਰਮਿਆਨ ਭਾਈ ਧਿੰਗਾਣਾ ਜੀ ਦੀ ਜਗ੍ਹਾ ਹੈ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਸਨ। ਜਦੋਂ ਸਤਿਗੁਰੂ ਜੀ ਦਿੱਲੀ ਭਾਣਾ ਵਰਤਾਉਣ ਲਈ ਗਏ ਸਨ ਤਾਂ ਇਸ ਗੁਰਸਿੱਖ ਨੂੰ ਸਤਿਗੁਰੂ ਪਾਤਸ਼ਾਹ ਦੇ ਦਿੱਲੀ ਜਾਣ ਦਾ ਪਤਾ ਲੱਗਾ ਤਾਂ ਉਹਨੇ ਮਨ ਇਕਾਗਰ ਕਰਕੇ ਅਰਦਾਸ ਕੀਤੀ ਕਿ ਪਾਤਸ਼ਾਹ ਆਪ ਘੱਟ ਘੱਟ ਦੀ ਜਾਣਨਹਾਰ ਹੋ। ਆਪ ਜੀ ਦਾ ਬਿਰਦ ਗਰੀਬ ਨਿਵਾਜ ਹੈ ਤੇ ਦਾਸ ਦੇ ਮਨ ਵਿੱਚ ਲਾਲਸਾ ਹੈ ਕਿ ਆਪ ਜੀ ਦਾਸ ਦੇ ਗ੍ਰਹਿ ਵਿਖੇ ਚਰਨ ਪਾਓ ਅਤੇ ਲੰਗਰ ਛਕ ਕੇ ਕਿਰਤਾਰਥ ਕਰੋ ਜੀ। ਇਹ ਅਰਦਾਸ ਸਤਿਗੁਰੂ ਤੇਗ ਬਹਾਦਰ ਜੀ ਦੇ ਦਰ ਪ੍ਰਵਾਨ ਹੋਈ ਅਤੇ ਆਪ ਜੀ ਦਿੱਲੀੋਂ ਔਰੰਗੇ ਦੇ ਪਿੰਜਰੇ ਵਿੱਚੋਂ ਆ ਕੇ ਉਸ ਗੁਰਸਿੱਖ ਦੀ ਭਾਵਨਾ ਨੂੰ ਪੂਰੀਆਂ ਕੀਤਾ ਤੇ ਨਾਲ ਬਚਨ ਕੀਤਾ ਕਿ ਭਾਈ ਜੀ ਤੂੰ ਧਿੰਗਾਣਾ ਹੈ, ਭਾਵ ਜ਼ੋਰਦਾਰ ਹੈ। ਉਸ ਬਚਨ ਤੋਂ ਉਸ ਦਾ ਨਾਮ ਭਾਈ ਧਿੰਗਾਣਾ ਪੈ ਗਿਆ। ਇਸ ਦੀ ਯਾਦ ਵਿੱਚ ਹਰ ਸਾਲ 1-2 ਚੇਤਰ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ। ਤਾਂ ਉੱਥੇ ਪੁੱਜ ਕੇ ਭਾਈ ਧਿੰਗਾਣਾ ਦੇ ਜੀਵਨ ਬਾਬਤ ਵਿਖਿਆਨ ਦਿੱਤਾ। ਵਾਪਸ ਆਉਂਦਿਆਂ ਖੇਮ ਕਰਨ ਪਹੁੰਚ ਕੇ ਕਥਾ ਕੀਤੀ। ਸ਼ਾਮ ਨੂੰ ਜਿਸ ਸਮੇਂ ਭੂਰੇ ਕੋਹਨੇ ਪਹੁੰਚੇ ਤਾਂ ਪਿੰਡ ਵਿੱਚ ਸਪੀਕਰ ਵੱਜ ਰਿਹਾ ਸੀ, ਜਿਸ ਵਿੱਚ ਗੰਦੇ ਤੇ ਅਸ਼ਲੀਲ ਗਾਣੇ ਵੱਜ ਰਹੇ ਸਨ। ਸੰਤ ਜੀ ਨੂੰ ਵੀਰ ਰਸ ਜਾਗਿਆ ਤੇ ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਸੰਗਤ ਜੀ, ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਨੇ ਗੰਦੇ ਗਾਣਿਆਂ ਤੋਂ ਹੀ ਮੱਸੇ ਦਾ ਸਿਰ ਵੱਢਿਆ ਸੀ। ਅਸੀਂ ਹੁਣ ਘਰ ਘਰ ਮੱਸੇ ਬਣਦੇ ਜਾ ਰਹੇ ਹਾਂ। ਸਿੰਘੋ, ਅਸੀਂ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਬਣਨਾ ਹੈ, ਮੱਸੇ ਦੇ ਨਹੀਂ। ਹਾਂ, ਜਿਹੜਾ ਮੱਸੇ ਦਾ ਵਾਰਸ ਬਣਨਾ ਚਾਹੁੰਦਾ ਹੈ ਉਹਦੀ ਮਰਜ਼ੀ। ਹੁਣ ਦੱਸੋ, ਤੁਹਾਡੇ ਵਿੱਚੋਂ ਮੱਸੇ ਦਾ ਕਿਸ ਨੇ ਵਾਰਸ ਬਣਨਾ ਹੈ ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਕਿਸ ਨੇ? ਪਿੰਡ ਦੀ ਪੰਚਾਇਤ ਨੇ ਪਾਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਪਿੰਡ ਵਿੱਚ ਅਸ਼ਲੀਲ ਗਾਣੇ ਨਹੀਂ ਲਾਏ ਜਾਣਗੇ। ਪਿੰਡ ਸਰਹਾਲੀ ਅਤੇ ਪਿੰਡ ਅਬਲੂ ਕਥਾ ਵਿੱਚ ਤੰਬਾਕੂ ਦਾ ਖੰਡਨ ਕੀਤਾ। ਸੁਣ ਗੁਰਸਿੱਖ ਕੀ ਰਹਿਤ ਕੋ, ਤਜੈ ਤਮਾਕੂ ਸੰਗ, ਮਰਨੀ ਮਰੈ ਤੋ ਆਤ ਭਲਾ, ਜਗਤ ਝੂਠ ਨਹਿ ਅੰਗ, ਤਨਕ ਤਮਾਕੂ ਸੇਵੀਏ, ਦੇਵ ਪਿਤਰ ਤਜ ਜਾਏ, ਪਾਣੀ ਤਾਕੈ ਹਾਥ ਕਾ, ਮਦਿਰਾ ਸਮ ਹੋਏ ਜਾਏ। ਸਿਆਣੇ ਬ੍ਰਾਹਮਣ ਵਿਦਵਾਨਾਂ ਨੇ ਪੁਰਾਣਾਂ ਵਿੱਚ ਸ਼ਲੋਕ ਲਿਖੇ ਹਨ। ਜੋ ਬ੍ਰਾਹਮਣ ਤੰਬਾਕੂ ਪੀਂਦਾ ਹੈ ਉਸ ਨੂੰ ਦਾਨ ਦੇਣ ਵਾਲਾ ਨਰਕਾਂ ਦਾ ਅਧਿਕਾਰੀ ਹੈ ਤੇ ਬ੍ਰਾਹਮਣ ਪਿੰਡ ਦਾ ਸੂਰ ਬਣਦਾ ਹੈ। ਪੁਰਾਣ ਵਿੱਚ ਤੰਬਾਕੂ ਪੀਣ ਵਾਲੇ ਨੂੰ ਪ੍ਰੇਤ ਕਿਹਾ ਹੈ। ਮੁਸਲਮਾਨਾਂ ਵਿੱਚ ਧਾਰਮਿਕ ਰਸਮਾਂ ਸਮੇਂ ਤੰਬਾਕੂ ਵਿਵਰਜਿਤ ਹੈ। ਮਸੀਤ ਵਿੱਚ ਹੁੱਕਾ ਲੈ ਜਾਣ ਦੀ ਮਨਾਹੀ ਹੈ। ਈਸਾਈਆਂ ਦੇ 12ਵੇਂ ਪੋਪ ਇਨਸੈਟ ਨੇ ਤੰਬਾਕੂ ਪੀਣ ਵਾਲੇ ਈਸਾਈਆਂ ਨਾਲ ਬਾਈਕਾਟ ਕਰਨ ਦੀ ਹਦਾਇਤ ਕੀਤੀ ਸੀ। ਡਾਕਟਰ ਇਸ ਦੇ ਬੇਅੰਤ ਨੁਕਸਾਨ ਦੱਸਦੇ ਹਨ, ਜਿਵੇਂ ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗਾਂ ਦਾ ਵਧਣਾ, ਫੇਫੜਿਆਂ ਦੇ ਕੰਮ ਵਿੱਚ ਰੋਕ ਅਤੇ ਅੰਤ ਬਿਮਾਰੀਆਂ ਦਾ ਮੂਲ ਹੈ। ਜਗਤ ਝੂਠ ਦੇ ਬਾਰੇ ਪੁਰਾਣਿਕ ਵਿਚਾਰਾਂ ਦਾ ਜ਼ਿਕਰ ਕਰਦੇ ਹਨ। ਸੰਤਾਂ ਨੇ ਦੱਸਿਆ ਕਿ ਅਜਮੇਰ ਸ਼ਾਹ ਨਾਮੇ ਰਾਜਾ ਸੀ, ਜਿਸ ਦੀ ਨੌਜਵਾਨ ਪੁੱਤਰੀ ਦਾ ਦਿਲ ਇੱਕ ਹਿੰਦੂ ਮਹਾਤਮਾ ਤੇ ਡੁੱਲ ਗਿਆ, ਜੋ ਜੱਤ ਸੱਤ ਵਿੱਚ ਪਰਪੱਕ ਸੀ। ਉਸ ਮਹਾਤਮਾ ਦਾ ਢਿੰਗੋ ਜੋਰੀ ਅਜਮੇਰ ਸ਼ਾਹ ਰਾਜੇ ਦੀ ਪੁੱਤਰੀ ਨਾਲ ਵਿਆਹ ਕਰ ਦਿੱਤਾ। ਜਦੋਂ ਰਾਤ ਸਮੇਂ ਇਕਾਂਤ ਵਿੱਚ ਹੁੰਦੇ, ਉਹ ਲੜਕੀ ਪਤੀ ਜਾਣ ਕੇ ਉਸ ਮਹਾਤਮਾ ਨਾਲ ਸਰੀਰਕ ਸਾਂਝ ਪਾਉਣ ਦਾ ਉਪਰਾਲਾ ਕਰਦੀ, ਪਰ ਉਹ ਮਹਾਤਮਾ ਮੰਤਰਾਂ ਦੁਆਰਾ ਆਪਣੇ ਦੁਆਲੇ ਲੋਹੇ ਦਾ ਕੋਟ ਕਰ ਲੈਂਦਾ ਕਿ ਜੋ ਮੇਰਾ ਹਿੰਦੂ ਜਾਮਾ ਹੈ ਤੇ ਇਹ ਤੁਰਕਾਂ ਦੀ ਲੜਕੀ ਹੈ ਤੇ ਮੇਰੇ ਮਨ ਵਿੱਚ ਗ੍ਰਹਿਸਥ ਦੀ ਕੋਈ ਇੱਛਾ ਨਹੀਂ ਹੈ। ਇਸ ਤਰ੍ਹਾਂ ਕੁਝ ਦਿਨ ਉਸਨੇ ਆਪਣੇ ਜੱਤ ਨੂੰ ਬਚਾਈ ਰੱਖਿਆ। ਰਾਜੇ ਦੀ ਲੜਕੀ ਨੇ ਆਪਣੀ ਮਾਤਾ ਨਾਲ ਗੱਲ ਕੀਤੀ ਤੇ ਰਾਣੀ ਨੇ ਅਜਮੇਰ ਸ਼ਾਹ ਰਾਜੇ ਨੂੰ ਬੇਨਤੀ ਕੀਤੀ। ਤਾਂ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਤਾਂ ਉਹਨਾਂ ਰਾਏ ਦਿੱਤੀ ਕਿ ਜੇ ਤੁਹਾਡਾ ਜਵਾਈ ਕਿਸੇ ਤਰੀਕੇ ਨਾਲ
ਤੰਬਾਕੂ ਦਾ ਸੇਵਨ ਕਰ ਲਵੇ ਤਾਂ ਫਿਰ ਉਸ ਦੀ ਇਹ ਸ਼ਕਤੀ ਛੀਨ ਹੋ ਸਕਦੀ ਹੈ। ਜੋ ਤੁਹਾਡਾ ਪਰਿਵਾਰਕ ਸੰਕਟ ਹੈ ਨਿਵਰਤ ਹੋ ਸਕਦਾ ਹੈ। ਰਾਜੇ ਨੇ ਸੋਨੇ ਦਾ ਹੁੱਕਾ ਬਣਾ ਕੇ ਉਸ ਵਿੱਚ ਤੰਬਾਕੂ ਪਾ ਕੇ ਸਾਰਿਆਂ ਨੂੰ ਹੁੱਕੇ ਦਾ ਘੁੱਟ ਭਰਨ ਲਈ ਕਿਹਾ। ਸੋ ਉਸ ਰਾਜੇ ਦੇ ਜਵਾਈ ਨੇ ਵੀ ਸੇਵਨ ਕਰ ਲਿਆ, ਜਿਸ ਤੋਂ ਉਸ ਦੀ ਸ਼ਕਤੀ ਸਾਰੀ ਜਾਂਦੀ ਰਹੀ। ਸੰਤਾਂ ਨੇ ਅੱਗੇ ਦੱਸਿਆ ਕਿ ਜਦੋਂ ਜਮਦਗਨੀ ਰਿਸ਼ੀ ਨੇ ਆਪਣੇ ਮੰਤਰਾਂ ਦੇ ਜ਼ੋਰ ਨਾਲ ਕਾਮਧੇਨ ਗਊ ਨੂੰ ਆਕਾਸ਼ ਵਿੱਚ ਉਡਾਉਣਾ ਚਾਹਿਆ ਤਾਂ ਸਹੰਸਰ ਬਾਹੂ ਨੇ ਆਪਣੇ ਤੀਰ ਮਾਰੇ ਅਤੇ ਉਸ ਗਊ ਦੇ ਖੂਨ ਵਿੱਚੋਂ ਇੱਕ ਬੁਰੀ ਬੂਟੀ ਪੈਦਾ ਹੋਈ। ਇਹ ਸੁਣਦਿਆਂ ਹੀ ਲੋਕਾਂ ਨੇ ਕੰਨਾਂ ਨੂੰ ਹੱਥ ਲਾਇਆ। ਇਹ ਉਹਨਾਂ ਸੰਤਾਂ ਦੀ ਜ਼ੁਬਾਨ ਦੀ ਤਾਸੀਰ ਹੀ ਸੀ ਕਿ ਸੁਣਨ ਵਾਲਾ ਹਰ ਬੰਦਾ ਕੀਲਿਆ ਜਾਂਦਾ। 11 ਅਪ੍ਰੈਲ ਵਾਲੇ ਦਿਨ ਸੰਤਾਂ ਨੇ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਸਿੰਘੋ, ਸਤਿਗੁਰੂ ਨੇ ਆਪਣੇ ਤੇ ਕਿਰਪਾ ਕੀਤੀ ਹੈ ਕਿ ਸੰਤ ਗੁਰਬਚਨ ਸਿੰਘ ਜੀ ਦੱਸਦੇ ਸਨ ਕਿ ਜਿਸ ਨੇ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਜਾਂ ਨਹੀਂ ਕਰ ਸਕਦਾ ਉਹ ਸ੍ਰੀ ਹਜੂਰ ਸਾਹਿਬ ਦਰਸ਼ਨ ਕਰ ਲਵੇ। ਕਹਿੰਦੇ ਹਨ ਕਿ ਖਡੂਰ ਸਾਹਿਬ ਹਜੂਰ ਸਾਹਿਬ ਤੇ ਹਜੂਰ ਸਾਹਿਬ ਖਡੂਰ ਸਾਹਿਬ, ਇੱਥੇ 9 ਗੁਰੂ ਸਾਹਿਬਾਨਾਂ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਜਗ੍ਹਾ ਨੂੰ ਭਾਗਾਂ ਵਾਲਾ ਬਣਾਇਆ ਹੈ। ਆਪਾਂ ਲਾਗੇ ਆਏ ਹੋਏ ਹਾਂ, ਸਮਾਂ ਕਿਸੇ ਦਾ ਕਦੇ ਸਾਥ ਨਹੀਂ ਦਿੰਦਾ। ਦਿਨ ਤੇ ਪਹਿਰ ਤੇ ਘਰੀਆ ਆਵ ਘਟੈ ਤਨ ਛੀਜੈ। ਜ਼ਿੰਦਗੀ ਦਾ ਉਹ ਸਮਾਂ ਸੁਭਾਗਾ ਹੈ ਜੋ ਨੇਕ ਕਰਮ ਵਿੱਚ ਲਾਇਆ ਜਾਏ। ਚਲੋ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਸ੍ਰੀ ਜਪਜੀ ਸਾਹਿਬ ਦੇ ਪਾਠ ਤੇ ਦਰਸ਼ਨ ਇਸ਼ਨਾਨ ਕਰ ਆਈਏ। ਕੁਝ ਸਿੰਘਾਂ ਨੇ ਸੰਤਾਂ ਸਮੇਤ 9 ਵਜੇ ਜਪਜੀ ਸਾਹਿਬ ਦੇ ਪਾਠ ਤੇ ਇਸ਼ਨਾਨ ਸ਼ੁਰੂ ਕਰ ਦਿੱਤੇ ਤੇ ਕੁਝ ਨੇ 2 ਵਜੇ ਆਰੰਭ ਕੀਤੇ। ਜਦੋਂ ਇਹ ਸਾਰਾ ਕਾਰਜ ਜਥੇ ਦੇ ਸਿੰਘਾਂ ਨੇ ਮੁਕੰਮਲ ਕਰ ਲਿਆ ਤਾਂ ਸੰਤ ਜੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਵਡਿਆਈ ਕਿ ਜਪਜੀ ਦੇ ਇੱਕ ਪਾਠ ਨਾਲ 1 ਲੱਖ ਜੂਨ ਤੇ 1 ਲੀਕ ਫੇਰਦੇ ਹਨ। ਜਿਵੇਂ ਗਲਤ ਅੱਖਰ ਬੁਝਾਈਦਾ ਹੈ, ਗੁਰਦੇਵ ਜੀ ਨੇ ਕਿਵੇਂ ਖੁੱਲ ਕੇ ਦਾਤਾਂ ਵੰਡੀਆਂ ਹਨ। ਉਪਰੰਤ ਦੇਗ ਕਰਾ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸ੍ਰੀ ਖਡੂਰ ਸਾਹਿਬ ਆ ਗਏ। 13 ਅਪ੍ਰੈਲ ਤੋਂ 28 ਅਪ੍ਰੈਲ ਤੱਕ ਸੰਤ ਜੀ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਰਹੇ ਅਤੇ 2 ਟਾਈਮ ਮੰਜੀ ਸਾਹਿਬ ਕਥਾ ਹੁੰਦੀ ਰਹੀ। ਇੱਥੇ ਭਾਈ ਅਵਤਾਰ ਸਿੰਘ ਦੇ ਘਰ ਜੋ ਅਖੰਡ ਪਾਠ ਆਰੰਭ ਸੀ ਉਸ ਦਾ ਭੋਗ ਪਾ ਕੇ ਕਥਾ ਕੀਤੀ ਤੇ ਲੰਗਰ ਛਕ ਕੇ ਪੱਟੀ ਨੂੰ ਚਾਲੇ ਪਾ ਦਿੱਤੇ। 28 ਜੁਲਾਈ ਨੂੰ ਜਥਾ ਸੰਤਾਂ ਸਮੇਤ ਪਿੰਡ ਝਿੱਕੇ ਪੁੱਜਾ ਤੇ ਉੱਥੇ ਕਥਾ ਦਾ ਪ੍ਰਵਾਹ ਚਲਾਇਆ। ਇੱਥੋਂ ਦੇ ਭਾਈ ਸੋਹਣ ਸਿੰਘ ਰਾਗੀ ਜਥੇ ਦੇ ਮੁਖੀ ਰਾਗੀ ਸਨ। ਬਹੁਤ ਬੰਦਗੀ ਵਾਲੇ ਸਨ, ਜਿਨ੍ਹਾਂ ਦੇ ਰੋਮ ਵਿੱਚ ਗੁਰਬਾਣੀ ਸੁਣੀ ਜਾ ਸਕਦੀ ਹੈ, ਜੋ ਅੱਜ ਕੱਲ ਨਵਾਂ ਸ਼ਹਿਰ ਦੇ ਲਾਗੇ ਨਿਰਮਲੇ ਸੰਤਾਂ ਦੇ ਡੇਰੇ ਪਿੰਡ ਅਲਾਚੌਰ ਰਹਿੰਦੇ ਹਨ। ਇਹ ਨਮੂਨੇ ਦੇ ਸਿੰਘ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪੁਰਾਤਨ ਸਿੰਘਾਂ ਦੀ ਯਾਦ ਤਾਜ਼ਾ ਹੋ ਆਉਂਦੀ ਹੈ। 26 ਤੋਂ 27 ਜੁਲਾਈ ਨੂੰ ਜਥਾ ਝਿੱਕੇ ਪਿੰਡ ਹੀ ਟਿਕਿਆ। ਫਿਰ ਨਗਰ ਦੇ ਮੁਖੀਆਂ ਨੇ ਅਗਾਂਹ ਤੋਂ ਪ੍ਰੋਗਰਾਮ ਦੇਣ ਦੀ ਮੰਗ ਕੀਤੀ ਤਾਂ ਸੰਤ ਜੀ ਕਹਿਣ ਲੱਗੇ ਕਿ ਅੰਮ੍ਰਿਤ ਪਾਨ ਕਰੋ। ਸੋ ਉਹਨਾਂ ਸਾਰਿਆਂ ਪ੍ਰੇਮੀਆਂ ਨੇ ਬਚਨ ਮੰਨ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। 28 ਜੁਲਾਈ ਨੂੰ ਜਥਾ ਪਿੰਡ ਸੂਰੋ ਪੱਡਾ ਮਹਿਤੇ ਲਾਗੇ ਪਹੁੰਚ ਗਿਆ, ਜਿੱਥੇ ਕਿ ਗੁਰਦੁਆਰੇ ਦੇ ਗ੍ਰੰਥੀ ਦੀ ਸੇਵਾ ਭਾਈ ਮੋਹਰ ਸਿੰਘ, ਜੋ ਕਿ ਬ੍ਰਾਹਮਣ ਸਨ ਪਰ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਗਏ ਸਨ, ਕੋਈ ਪੂਰਬਲੇ ਭਾਗ ਜਾਗੇ ਹੋਣ ਕਰਕੇ ਆਪ ਜੀ ਪਰਿਵਾਰ ਸਮੇਤ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਕਾਰ ਨੂੰ ਕਾਇਮ ਰੱਖਦਿਆਂ ਸ਼ਹੀਦੀ ਪਾ ਗਏ ਸਨ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਏ ਹਨ। ਇਹ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਤੇ ਕਥਾ ਵੀ ਬੜੀ ਮਿੱਠੀ ਤੇ ਗੁਰਮਤ ਅਨੁਸਾਰ ਕਰਦੇ ਸਨ। ਇਹਨਾਂ ਦੀ ਵੀ ਕਮਾਈ ਵੇਖ ਕੇ ਪੁਰਾਤਨ ਸਿੰਘਾਂ ਦੀਆਂ ਘਾਲਣਾ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਅੱਗੇ ਜਥਾ ਪਿੰਡ ਕਲੇਰਾ ਪਿੰਡ ਕਾਹਲਵਾ ਗਿਆ।
9 ਅਗਸਤ ਨੂੰ ਬਾਬਾ ਅਮਰ ਸਿੰਘ ਦੇ ਘਰ ਪਿੰਡ ਬੁੱਟਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ। ਬਾਬਾ ਅਮਰ ਸਿੰਘ ਜੀ ਬੜੀ ਚੜ੍ਹਦੀ ਕਲਾ ਵਾਲੇ ਬਜ਼ੁਰਗ ਸਨ, ਜੋ ਸੰਤ ਚੰਨਣ ਸਿੰਘ ਜੀ ਦੇ ਸਮੇਂ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹੇ। ਯਾਦ ਰਹੇ, ਉਸ ਸਮੇਂ ਕਮੇਟੀ ਦੀ ਮੀਟਿੰਗ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਸੀ, ਜਿਸ ਦਾ ਏਜੰਡਾ ਸੀ ਕਿ ਦੇਸੀ ਘਿਓ ਦੀ ਲਾਗਤ ਬਹੁਤ ਵੱਧ ਗਈ ਹੈ ਤੇ ਹੁਣ ਲੰਗਰ ਤੇ ਦੇਗ ਵਾਸਤੇ ਡਾਲਦੇ ਘਿਓ ਦਾ ਮਤਾ ਪਾਸ ਕਰ ਦਈਏ। ਸੋ ਆਪ ਇਹ ਸੁਣ ਕੇ ਬੜੇ ਜੋਸ਼ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਹੁਣ ਗੁਰੂ ਨਾਲ ਵੀ ਧੋਖਾ, ਇਹ ਨਹੀਂ ਹੋਣ ਦਿੱਤਾ ਜਾਵੇਗਾ। ਤੁਸੀਂ ਇਹ ਜ਼ਿੰਮੇਵਾਰੀ ਮੈਨੂੰ ਸੌਂਪ ਦਿਓ। ਮੈਂ ਪਿੰਡਾਂ ਵਿੱਚੋਂ ਘਿਓ ਖਰੀਦ ਕੇ ਲੈ ਆਇਆ ਕਰਾਂਗਾ ਤੇ ਘਿਓ ਦੀ ਕਮੀ ਨਹੀਂ ਆਉਣ ਦਿਆਂਗਾ। ਇਹ ਸੱਚਾਈ ਭਰਿਆ ਤੇ ਦ੍ਰਿੜਤਾ ਵਾਲਾ ਬਚਨ ਸੁਣ ਕੇ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਜੀ ਵੀ ਮੰਨ ਗਏ। ਗੁਰਸਿੱਖ ਦੀ ਦ੍ਰਿੜਤਾ ਸਦਕਾ ਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਦੇਸੀ ਘਿਓ ਹੀ ਚੱਲ ਰਿਹਾ ਹੈ। ਇਹਨਾਂ ਦੇ ਪਰਿਵਾਰ ਵਿੱਚ ਅੱਜ ਕੱਲ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਵੱਡੀ ਲੜਕੀ ਵਿਆਹੀ ਹੋਈ ਹੈ ਤੇ ਸਾਰਾ ਪਰਿਵਾਰ ਅਜੇ ਵੀ ਗੁਰਸਿੱਖੀ ਵਿੱਚ ਪਰਪੱਕ ਹੈ। ਪਿੰਡ ਠੱਕਰਵਾਲ ਵੀ ਗੰਦਿਆਂ ਗਾਣਿਆਂ ਦੀਆਂ ਟੇਪਾਂ ਕਮੇਟੀ ਤੋਂ ਬੰਦ ਕਰਵਾਈਆਂ। ਦੇਹ ਧਾਰੀਆਂ ਦਾ ਖੰਡਨ ਕੀਤਾ। ਅੰਮ੍ਰਿਤ ਸੰਚਾਰ ਹੋਇਆ। ਇਲਾਕੇ ਦੇ ਸੈਂਕੜੇ ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕੀਤਾ। ਪਿੰਡ ਜੱਸੋਵਾਲ ਅਤੇ ਬੋਪਾ ਰਾਏ ਰਕਬੇ ਨਾਰੰਗਵਾਲ ਪ੍ਰੋਗਰਾਮਾਂ ਤੇ ਸਿੱਖੀ ਪ੍ਰਚਾਰ ਕੀਤਾ। ਇੱਥੇ ਹੀ ਭਾਈ ਰਛਪਾਲ ਸਿੰਘ ਜੀ ਦਾ ਸਿੱਖੀ ਦੀ ਰੰਗਤ ਵਾਲਾ ਪਰਿਵਾਰ ਸੀ। ਮਨਸੂਰਾ ਵਿਖੇ ਬਾਬਾ ਮਧੂਸੂਦਨ ਸਿੰਘ ਨੇ ਪ੍ਰੋਗਰਾਮ ਕਰਵਾਇਆ। ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਅੱਗੇ ਜਥਾ ਗੰਗਾ ਨਗਰ ਗਿਆ। ਲਾਇਲਪੁਰੀਆਂ ਦੇ 5 ਜੈਡ ਬਾਗ ਵਿੱਚ ਉਤਾਰਾ ਕੀਤਾ। ਕਥਾ ਕੀਰਤਨ ਦੇ ਪ੍ਰੋਗਰਾਮ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਕਥਾ ਸੁਣਦੀਆਂ। ਜਥਾ ਅੱਗੇ ਸ੍ਰੀ ਮੁਕਤਸਰ ਸਾਹਿਬ ਆ ਗਿਆ। ਧਾਰਮਿਕ ਸਥਾਨਾਂ ਦੇ ਦਰਸ਼ਨ ਤੇ ਕਥਾ ਕੀਤੀ। ਪ੍ਰੋਗਰਾਮ ਹੋਏ। ਅੱਗੇ 3 ਨਵੰਬਰ ਨੂੰ ਰਾਗੀ ਜਥਾ ਬਾਬਾ ਠਾਕੁਰ ਸਿੰਘ ਜੀ ਦੇ ਪਿੰਡ ਮੱਖੂ ਲਾਗੇ ਸਦਰਵਾਲ ਗਿਆ ਤੇ ਨਾਲ ਹੀ ਭਗਤ ਜਸਵੰਤ ਸਿੰਘ ਦੌਦਰ ਵਾਲੇ ਗਏ। 1 ਦਸੰਬਰ ਨੂੰ ਸੰਤਾਂ ਨੇ ਬਾਬਾ ਠਾਕੁਰ ਸਿੰਘ ਜੀ ਦੇ ਨਗਰ ਕਥਾ ਕੀਤੀ ਤੇ ਰਾਤ ਉੱਥੇ ਹੀ ਰਹੇ, ਜਦ ਕਿ ਜਥਾ ਮੁਕਤਸਰ ਹੀ ਸੀ। ਉਥੋਂ ਸੰਤ ਜੀ ਕਥਾ ਕਰਕੇ 2 ਦਸੰਬਰ ਨੂੰ ਰੋਡੇ ਨਗਰ ਕਥਾ ਕਰਨ ਚਲੇ ਗਏ। ਇਥੋਂ ਵਾਪਸ ਰਾਤ ਨੂੰ ਸੰਤ ਜੀ ਮੁਕਤਸਰ ਸਾਹਿਬ ਪਹੁੰਚ ਗਏ। 3 ਦਸੰਬਰ ਨੂੰ 2 ਅਖੰਡ ਪਾਠ ਸਾਹਿਬ ਬਾਬਾ ਠਾਕੁਰ ਸਿੰਘ ਜੀ ਦੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਆਰੰਭ ਕਰਾਏ। 5 ਦਸੰਬਰ ਨੂੰ ਦੁਪਹਿਰ ਦੀ ਕਥਾ ਖਾਲਸਾ ਹਾਈ ਸਕੂਲ ਵਿੱਚ ਕੀਤੀ। 6 ਦਸੰਬਰ ਨੂੰ ਇੱਕ ਅਜੀਬ ਘਟਨਾ ਵਾਪਰੀ ਕਿ ਇੱਕ ਆਦਮੀ ਸੰਤਾਂ ਨੂੰ ਆਪਣੇ ਘਰ ਲੈ ਆਇਆ। ਜਲ ਪਾਣੀ ਛਕਾਉਣ ਤੋਂ ਪਹਿਲਾਂ ਇੱਕ ਅਜੀਬ ਗੱਲ ਕੀਤੀ ਕਿ ਸਾਡੇ ਘਰ ਇੱਕ ਸੱਟ ਹੈ ਜੋ ਉਸ ਨੂੰ ਕੁਆਰੀ ਕੁੜੀ ਦੇ ਹੱਥ ਲੱਗਣ ਤੇ ਉਹ ਬੋਲਦਾ ਹੈ ਤੇ ਕਹਿੰਦਾ ਹੈ ਕਿ ਉਹ 2 ਮਹੀਨੇ ਬੋਲੇਗਾ। ਇਹਨੂੰ ਇੱਕ ਠੋਕਰ ਮਾਰੀਏ ਤਾਂ ਪਹਿਲੇ ਪਾਤਸ਼ਾਹ ਦੀ ਆਵਾਜ਼ ਆਉਂਦੀ ਹੈ, ਜੇ 2 ਠੋਕਰਾਂ ਮਾਰੀਏ ਤਾਂ ਦੂਜੇ ਪਾਤਸ਼ਾਹ ਦੀ ਆਵਾਜ਼ ਆਉਂਦੀ ਹੈ, 3 ਠੋਕਰਾਂ ਮਾਰਨ ਤੇ ਤੀਜੇ ਪਾਤਸ਼ਾਹ ਦੀ ਆਵਾਜ਼ ਆਉਂਦੀ ਹੈ। ਸੰਤ ਜੀ ਇਹ ਸੁਣ ਕੇ ਬੜੇ ਵੀਰ ਰਸ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਜਾ ਸੈੱਟ ਬੁਲਾ ਕੇ ਦਿਖਾ। ਤਾਂ ਉਸਨੇ ਬੜੇ ਯਤਨ ਕੀਤੇ ਪਰ ਕੁਝ ਨਾ ਬੋਲਿਆ। ਸੰਤ ਜੀ ਕਹਿਣ ਲੱਗੇ ਕਿ ਪਛਤਾਓਗੇ, ਔਖੇ ਹੋਵੋਗੇ। ਤਦ ਉਸ ਪਰਿਵਾਰ ਵਾਲੇ ਬੜੇ ਕੰਬੇ। ਮੁੜ ਕੇ ਦੀਵਾਨ ਵਿੱਚ ਆ ਕੇ ਕਹਿਣ ਲੱਗੇ ਕਿ ਸੰਤ ਜੀ ਮੁਆਫੀ ਦੇ ਦਿਓ। ਸੰਤ ਜੀ ਕਹਿਣ ਲੱਗੇ ਕਿ ਮੈਂ ਕੌਣ ਹਾਂ ਮੁਆਫੀ ਦੇਣ ਵਾਲਾ? ਤੁਸੀਂ ਗੁਰੂ ਕੇ ਨਿੰਦਕ ਹੋ। ਸਤਿਗੁਰੂ ਗ੍ਰੰਥ ਸਾਹਿਬ ਪਾਸੋਂ ਮੁਆਫੀ ਮੰਗੋ ਤੇ ਅੰਮ੍ਰਿਤ ਛਕੋ। ਗੁਰਦੇਵ ਬਖਸ਼ਿੰਦ ਹਨ। ਸੋ ਉਹਨਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਮੁਆਫੀ ਮੰਗੀ ਤੇ ਅੰਮ੍ਰਿਤ ਛਕਿਆ। 7 ਦਸੰਬਰ ਨੂੰ ਜਥਾ ਮੁਕਤਸਰ ਸਾਹਿਬ ਤੋਂ ਪਿੰਡ ਕਬਰਵਾਲਾ ਪਹੁੰਚਿਆ ਤੇ ਕਥਾ ਕੀਰਤਨ ਪ੍ਰਵਾਹ ਚੱਲਦਾ ਰਿਹਾ। 16 ਦਸੰਬਰ ਨੂੰ 33 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਆਪਣੇ ਜਨਮ ਨੂੰ ਸਫਲਾ ਬਣਾਇਆ।
ਜਥਾ ਅੱਗੇ ਮਹਿਤੇ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ। ਨਗਰ ਕੀਰਤਨ ਹੋਇਆ। ਸਤਿਗੁਰਾਂ ਦੇ ਜੀਵਨ ਦੀ ਖੋਲ ਕੇ ਕਥਾ ਕੀਤੀ। ਅੰਮ੍ਰਿਤ ਸੰਚਾਰ ਹੋਇਆ। ਸਠਿਆਲੇ ਕਥਾ ਕੀਤੀ। ਬਣੇ ਪ੍ਰੋਗਰਾਮ ਅਨੁਸਾਰ ਪਿੰਡ ਠੱਕਰਵਾਲ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਉਪਰੰਤ ਉੱਥੇ ਇੱਕ ਮੋਹਨ ਸਿੰਘ ਨਾਮੇ ਪ੍ਰੇਮੀ ਆਇਆ ਤੇ ਸੰਤਾਂ ਨੂੰ ਕਹਿਣ ਲੱਗਾ ਕਿ ਬਾਬਾ ਜੀ ਆਪ ਜੀ ਦੀ ਅਮਾਨਤ ਹੈ, ਲੈ ਲਓ। ਸੰਤ ਜੀ ਹੈਰਾਨ ਹੋ ਕੇ ਕਹਿਣ ਲੱਗੇ ਕਿ ਭਾਈ ਸਾਡੀ ਕਿਹੜੀ ਅਮਾਨਤ ਹੈ? ਤਾਂ ਉਸ ਪ੍ਰੇਮੀ ਨੇ ਕਿਹਾ ਕਿ ਇਹ ਭੁਜੰਗੀ ਸਿੰਘ ਚੜ੍ਹਾਈ ਕਰ ਚੱਲਿਆ ਸੀ, ਤਾਂ ਮੈਂ ਅਰਦਾਸ ਕੀਤੀ ਕਿ ਪਾਤਸ਼ਾਹ ਜੇ ਇਹ ਭੁਜੰਗੀ ਬਚ ਜਾਵੇ ਤਾਂ ਮੈਂ ਇਹ ਆਪ ਜੀ ਨੂੰ ਭੇਟ ਕਰ ਦਿਆਂਗਾ। ਮੈਂ ਤਾਂ ਹੁਣ ਇਸ ਦਾ ਨਾਮ ਵੀ ਨਹੀਂ ਲੈਂਦਾ, ਮੈਂ ਹੁਣ ਇਸ ਦਾ ਨਾਮ ਰੱਖਣ ਲਈ ਆਇਆ ਹਾਂ। ਉਸ ਵਕਤ ਹੁਕਮਨਾਮਾ ਲਿਆ ਗਿਆ ਤਾਂ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਆ। ਬਾਬਾ ਆਇਆ ਹੈ, ਉੱਠ ਚੱਲਣਾ। ਤਾਂ ਸੰਤ ਜੀ ਕਹਿਣ ਲੱਗੇ ਕਿ ਇਸ ਨੂੰ ਹੁਣ ਤੱਕ ਚੜ੍ਹਾਈ ਕਰ ਜਾਣੀ ਚਾਹੀਦੀ ਸੀ। ਉਸ ਪ੍ਰੇਮੀ ਨੇ ਸਾਰੀ ਗੱਲ ਦੱਸੀ ਕਿ ਇਹ ਚੜ੍ਹਾਈ ਕਰ ਚੱਲਿਆ ਸੀ, ਤਾਂ ਹੀ ਤਾਂ ਅਰਦਾਸ ਕੀਤੀ ਸੀ। ਤਾਂ ਫਿਰ ਭੁਜੰਗੀ ਦਾ ਨਾਮ ਬਖਸ਼ੀਸ਼ ਸਿੰਘ ਰੱਖਿਆ ਗਿਆ। ਉਪਰੰਤ ਬਾਬਾ ਬੁੱਢਾ ਜੀ ਦੀ ਬੀੜ ਦੇ ਦਰਸ਼ਨ ਕੀਤੇ। ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨਾਲ ਵਿਚਾਰਾਂ ਕੀਤੀਆਂ। ਬਾਬਾ ਖੜਕ ਸਿੰਘ ਜੀ ਨੇ ਬਚਨ ਕੀਤਾ ਕਿ ਅਸੀਂ ਤਾਂ ਮੰਦਰ ਉਸਾਰਨ ਵਾਲੇ ਹਾਂ, ਤੁਸੀਂ ਮੰਦਰਾਂ ਦੇ ਮਾਲਕ ਹੋ। ਬਾਣੀ ਦਾ ਦੀਵਾ ਜਗਾਈ ਚੱਲੋ, ਜਿਹੜੀ ਕਿ ਵਸਦੇ ਘਰਾਂ ਦੀ ਨਿਸ਼ਾਨੀ ਹੈ। ਦਰਸ਼ਨ ਦੀਦਾਰੇ ਜਲਦੀ ਜਲਦੀ ਦਿਆ ਕਰੋ। ਸੰਤ ਜੀ ਕਹਿਣ ਲੱਗੇ ਕਿ ਆਪ ਜੀ ਜਦੋਂ ਹੁਕਮ ਕਰਿਆ ਕਰੋ, ਦਾਸ ਹਾਜ਼ਰ ਹੈ। ਉਪਰੰਤ ਵਾਪਸ ਰਾਤ ਮਹਿਤੇ ਆ ਕੇ ਕਥਾ ਦੀ ਸੇਵਾ ਨਿਭਾਈ। 24 ਮਈ ਨੂੰ ਮਹਿਤੇ ਤੋਂ ਅੰਮ੍ਰਿਤ ਵੇਲੇ 3 ਵਜੇ ਨਾਭਾ ਸਾਹਿਬ ਲਈ ਤਿਆਰੀ ਕਰ ਲਈ। ਨਾਭਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਰੋਜ਼ਾਨਾ ਹੀ ਪੈਂਦੇ। 27-28 ਜੁਲਾਈ ਨੂੰ ਹੁਸ਼ਿਆਰਪੁਰ ਬਾਬੇ ਜੋਗਾ ਸਿੰਘ ਦੇ ਗੁਰਦੁਆਰੇ ਕਥਾ ਹੋਈ। 29 ਜੁਲਾਈ ਤੋਂ ਕਥਾ ਗੁਰਦੁਆਰਾ ਸਿੰਘ ਸਭਾ ਹੁੰਦੀ। 3 ਭੁਜੰਗੀ ਮਹਾ ਸਿੰਘ ਅਮਰੀਕ ਸਿੰਘ ਸਵਰਨ ਸਿੰਘ ਨੂੰ ਜਥੇ ਵਿੱਚੋਂ ਕੱਢ ਦਿੱਤਾ। ਇਹਨਾਂ ਨੇ ਕੁਰਹਿਤ ਕੀਤੀ। ਸੰਤਾਂ ਜਥਾ ਇਕੱਠਾ ਕੀਤਾ ਤੇ ਕਿਹਾ ਕਿ ਜਦੋਂ ਸਿਮਰਨ ਭਜਨ ਘਟ ਜਾਵੇ ਤਾਂ ਇਨਸਾਨ ਨੂੰ ਵਿਕਾਰ ਦਬਾ ਲੈਂਦੇ ਹਨ। ਸਿੰਘੋ ਗੁਰਬਾਣੀ ਹੀ ਮਨ ਦੀ ਬਾੜ ਹੈ। ਨਾਲ ਹੁਕਮ ਕੀਤਾ ਕਿ ਜਥੇ ਦੇ ਵਿਦਿਆਰਥੀ ਨੂੰ 13 ਪਾਠ ਜਪਜੀ ਸਾਹਿਬ ਦੇ ਕਰਨੇ ਪੈਣਗੇ। ਜਿਹੜੇ ਨਹੀਂ ਕਰਨਗੇ ਉਹ ਜਥਾ ਛੱਡ ਕੇ ਜਾ ਸਕਦੇ ਹਨ। 31 ਜੁਲਾਈ ਨੂੰ ਮਿੱਠਾ ਟਿਵਾਣਾ ਵਿਖੇ ਕਥਾ ਕੀਤੀ। 3 ਅਗਸਤ ਤੱਕ ਇੱਥੋਂ ਹੀ ਕਥਾ ਤੇ ਕੀਰਤਨ ਦਾ ਪ੍ਰਵਾਹ ਚੱਲਿਆ। ਦੁਪਹਿਰੇ ਮਿੱਠੇ ਟਿਵਾਣੇ 31 ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਜਥਾ ਚੱਕੋਵਾਲ ਪਿੰਡ ਪਹੁੰਚਿਆ। 8 ਅਗਸਤ ਨੂੰ ਚੱਕੋਵਾਲ ਤੋਂ 2 ਮੀਲ ਪਿੰਡ ਬੈਸਤਾਨੀ ਜਥਾ ਚਲਾ ਗਿਆ। 12 ਅਗਸਤ ਨੂੰ ਸੰਤ ਜੀ ਗੰਗਾ ਨਗਰ ਪਹੁੰਚੇ। ਜਥਾ ਨੂਰਪੁਰ ਸਮਾਲ ਕਾਜੀਆਂ ਪਹੁੰਚਿਆ। 13 ਅਗਸਤ ਨੂੰ ਰਾਤ 2:30 ਵਜੇ ਨੂਰਪੁਰ ਪਹੁੰਚੇ। 16 ਅਗਸਤ ਨੂਰਪੁਰ ਤੋਂ ਮਹਿਤੇ ਪਹੁੰਚੇ। ਇੱਥੇ ਕਾਹਲਵਾ ਨੇੜੇ ਜਥਾ ਰਾਤੀ ਕਾਦੀਆਂ ਪਹੁੰਚ ਗਿਆ। 17 ਅਗਸਤ ਨੂੰ ਕਾਹਲਵਾ ਜਥੇ ਨੇ ਲੰਗਰ ਛਕਿਆ। ਉਪਰੰਤ ਪਤਾ ਲੱਗਾ ਕਿ ਘਰ ਵਾਲੇ ਅੰਮ੍ਰਿਤ ਛਕ ਕੇ ਫਿਰ ਦਾਹੜੀ ਕੱਟਦੇ ਹਨ। ਮਹਾਂਪੁਰਖਾਂ ਨੇ ਅਰਦਾਸ ਵਿੱਚ ਬਚਨ ਕੀਤੇ ਕਿ ਪਾਤਸ਼ਾਹ ਦੇ ਮੁਖਾਂ ਘਰੋਂ ਲੰਗਰ ਛਕਿਆ ਹੈ, ਬਖਸ਼ ਲਓ। ਸਿਰੋਪਾ ਵਾਪਸ ਮੋੜ ਦਿੱਤਾ। 18 ਅਗਸਤ ਨੂੰ ਮਹਾਂਪੁਰਖ ਕਹਿਣ ਲੱਗੇ ਕਿ ਮਨਮੁਖਾਂ ਘਰੋਂ ਰਾਤ ਦਾ ਲੰਗਰ ਛਕਿਆ ਹੈ, ਦਰਦ ਹੋਈ ਜਾਂਦੀ ਹੈ। ਉਪਰੰਤ 5 ਪਿਆਰਿਆਂ ਕੋਲ ਪੇਸ਼ ਹੋ ਕੇ ਮਾਫੀ ਮੰਗੀ ਕਿ ਨਿਗੁਰੇ ਦੇ ਘਰ ਲੰਗਰ ਛਕਿਆ ਹੈ, ਅਸੀਂ ਝਾਤੀ ਮਾਰੀਏ ਸਾਡੀ ਕੀ ਹਾਲਤ ਹੋਵੇਗੀ। 19 ਅਗਸਤ ਨੂੰ ਕਾਦੀਆਂ ਰਵਾਨਾ ਹੋ ਗਏ। ਰਸਤੇ ਵਿੱਚ ਨੰਗਲ ਜਲ ਪਾਣੀ ਛਕਿਆ। 20 ਅਗਸਤ ਨੂੰ ਸੰਤਾਂ ਕਾਹਲਵਾਂ ਅਖੰਡ ਪਾਠ ਦਾ ਭੋਗ ਪਾਇਆ। ਉਪਰੰਤ ਖੁਜਾਲੇ ਪਿੰਡ ਪਹੁੰਚੇ। ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਮਾਸੀ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਦਾ ਅਸਥਾਨ ਸੀ। ਉਥੋਂ ਦੇ ਮਹਾਤਮਾ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਮੈਂ ਇੱਥੋਂ ਦੀ ਸੇਵਾ ਸੰਭਾਲ ਆਪ ਨੂੰ ਸੌਂਪਣਾ ਚਾਹੁੰਦਾ ਹਾਂ। ਮਹਾਂਪੁਰਖਾਂ ਨੇ ਸਥਾਨ ਵੇਖ ਕੇ ਕਿਹਾ ਕਿ ਜਥੇ ਦੇ ਸੰਗਤ ਨਾਲ
ਸਲਾਹ ਕਰਕੇ ਦੱਸਾਂਗੇ। ਜਥੇ ਦੇ ਹਾਂ ਕਰਨ ਤੇ ਮਹਾਂਪੁਰਖਾਂ ਨੇ ਉਥੋਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲੈ ਲਈ। ਜਿੱਥੇ ਹੁਣ ਜਥੇਦਾਰ ਲੱਖਾ ਸਿੰਘ ਕਾਹਲਵਾਂ ਵਾਲੇ ਸੇਵਾ ਕਰ ਰਹੇ ਹਨ, ਉਥੋਂ ਦੀ ਸੁੰਦਰ ਇਮਾਰਤ ਮਹਾਂਪੁਰਖਾਂ ਨੇ ਬਣਵਾਈ ਅਤੇ ਇਸ ਸਮੇਂ ਉਥੇ ਦੋਨੋਂ ਸਮੇਂ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਆਓ ਸਾਧ ਸੰਗਤ ਜੀ ਹੁਣ ਅੱਗੇ ਪੜ੍ਹੀਏ। ਗੁਰਬਾਣੀ ਦਾ ਸਤਿਕਾਰ ਤੇ ਮਹਾਂਪੁਰਖਾਂ ਦੇ ਅੰਦਰ ਜੋ ਨਿਰਭੈਤਾ ਸੀ ਉਸ ਬਾਰੇ ਆਪਾਂ ਪੜਾਂਗੇ। ਗੁਰਬਾਣੀ ਦਾ ਸਤਿਕਾਰ ਤੇ ਨਿਰਭੈਤਾ। ਗੁਰੂ ਘਰ ਦੇ ਵਿਰੁੱਧ ਜੇ ਕੋਈ ਪ੍ਰਚਾਰ ਕਰਦਾ ਸੀ ਤਾਂ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੁਝ ਲਫ਼ਜ਼ ਵਰਤਣ ਤੇ ਉਹਨਾਂ ਦੇ ਦੰਭੀ ਗੁਰੂ ਨੂੰ ਘੁਮਾਣ ਪਿੰਡ ਮਹਿਤੇ ਨੇੜੇ ਨਾ ਆਉਣ ਦਿੱਤਾ ਗਿਆ। ਹੁਸ਼ਿਆਰਪੁਰ ਦੇ ਜਲੂਸ ਵਿੱਚ ਇੱਕ ਮਨਿਸਟਰ ਜੋ ਕਿ ਆਪਣੀ ਕਾਰ ਅੱਗੇ ਲਾਉਣੀ ਚਾਹੁੰਦਾ ਸੀ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਤਾੜਨਾ ਕੀਤੀ ਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਤੋਂ ਪਿੱਛੋਂ ਮਹਾਤਮਾ ਦੀਆਂ ਕਾਰਾਂ ਅਤੇ ਉਹਨਾਂ ਤੋਂ ਬਾਅਦ ਵਿੱਚ ਦੂਜੀਆਂ ਕਾਰਾਂ ਲੱਗਣਗੀਆਂ। ਇਸ ਤਰ੍ਹਾਂ ਐਨੀ ਨਿਡਰਤਾ ਨਿਰਭੈਤਾ ਹੋਰ ਕਿਸੇ ਵਿੱਚ ਨਹੀਂ ਵੇਖੀ। ਸਭ ਨੂੰ ਆਪਣੇ ਪੈਰਾਂ ਤੇ ਮੱਥਾ ਟਿਕਾਉਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਕੋਈ ਘੱਟ ਵਿਸ਼ੇਸ਼ਤਾ ਵਾਲੀ ਗੱਲ ਨਹੀਂ। ਇੱਕ ਇਹੋ ਹੀ ਟਕਸਾਲ ਜਾਂ ਜਥੇਬੰਦੀ ਹੈ ਜਿਸ ਵਿੱਚ ਇੰਨੇ ਕਰੜੇ ਅਸੂਲ ਹਨ ਕਿ ਕੋਈ ਵੀ ਝੂਠਾ ਜਾਂ ਆਲਸੀ ਆਦਮੀ ਟਕਸਾਲ ਦੇ ਸਿੰਘਾਂ ਵਿੱਚ ਕੁਝ ਦਿਨ ਵੀ ਨਹੀਂ ਠਹਿਰ ਸਕਦਾ। ਜਦ ਕੋਈ ਵੀ ਸੰਤਾਂ ਨੂੰ ਆਪਣੇ ਘਰ ਲਿਆਉਣ ਵਾਸਤੇ ਆਖਦਾ ਸੀ ਤਾਂ ਜੇਕਰ ਉਹ ਸ਼ਰਾਬ ਪੀਂਦਾ ਹੋਵੇ ਜਾਂ ਰੋਮਾਂ ਦੀ ਬੇਅਦਬੀ ਕਰਦਾ ਹੋਵੇ ਤਾਂ ਉਸ ਨੂੰ ਪ੍ਰਾਣ ਕਰਵਾ ਲਿਆ ਜਾਂਦਾ ਸੀ ਕਿ ਉਹ ਸ਼ਰਾਬ ਨਹੀਂ ਪੀਵੇਗਾ, ਕੇਸ ਨਹੀਂ ਕੱਟੇਗਾ। ਜੇ ਸਾਬਤ ਸੂਰਤ ਹੋਵੇ ਤਾਂ ਅੰਮ੍ਰਿਤ ਛਕਣ ਵਾਸਤੇ ਪ੍ਰਣ ਕਰਵਾਇਆ ਜਾਂਦਾ ਸੀ ਤਾਂ ਉਸ ਦੇ ਘਰ ਜਾਂਦੇ ਸਨ, ਕਿਉਂਕਿ ਸਭ ਚੀਜ਼ਾਂ ਨਾਲੋਂ ਸਿੱਖੀ ਤੇ ਰਹਿਤ ਮਰਜ਼ਾਦਾ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਸੀ। ਕਈ ਵਿਅਕਤੀ ਜੋ ਕਈ ਤਰ੍ਹਾਂ ਦੇ ਅਮਲ ਖਾਂਦੇ ਸਨ, ਜਥੇ ਵਿੱਚ ਰਹਿ ਕੇ ਆਸਾਨੀ ਨਾਲ ਅਮਲ ਛੱਡ ਕੇ ਤਿਆਰ ਹੋ ਕੇ ਘਰੀ ਗਏ। ਗੁਰਦੁਆਰਾ ਰਾਮਪੁਰ ਖੇੜੇ ਵਿਖੇ ਸਾਲਾਨਾ ਸਮਾਗਮ। ਜੁਲਾਈ ਮਹੀਨੇ ਵਿੱਚ ਜਥਾ ਇੱਕ ਹਫ਼ਤੇ ਵਾਸਤੇ ਗੜ੍ਹਦੀਵਾਲ ਦੇ ਨੇੜੇ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਜਾਂਦਾ ਸੀ। ਬਾਕੀ ਪੜਾਵਾਂ ਨਾਲੋਂ ਇਹ ਵੱਖਰੀ ਕਿਸਮ ਦਾ ਪੜਾਅ ਸੀ। ਇਸ ਪ੍ਰੋਗਰਾਮ ਦਾ ਨਾਮ ਅਭਿਆਸ ਕਮਾਈ ਸਮਾਗਮ ਸੀ। 8 ਦਿਨਾਂ ਵਿੱਚ ਰਾਮਪੁਰ ਖੇੜੇ ਰਾਮ ਦੀ ਪੁਰੀ ਵਿੱਚ ਖੇੜਾ ਹੀ ਖਿੜਿਆ ਰਹਿੰਦਾ ਸੀ। ਬਹੁਤ ਦੂਰ ਦੂਰ ਤੋਂ ਭਗਤੀ ਦੇ ਭੌਰੇ ਜਗਿਆਸੂ ਤਤਵੇਤੇ ਨਾਮ ਦੇ ਰਸੀਏ ਉੱਡ ਕੇ ਆਉਂਦੇ ਤੇ ਰੱਜ ਕੇ ਆਨੰਦ ਦੀਆਂ ਝੋਲੀਆਂ ਭਰਦੇ ਸਨ। ਪਰਮ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਨੇ ਇਹ ਗੁਰਦੁਆਰਾ ਸਾਹਿਬ ਆਬਾਦ ਕੀਤਾ, ਬਹੁਤ ਬਿਰਧ ਅਵਸਥਾ ਵਿੱਚ ਹੁੰਦੇ ਹੋਏ ਵੀ ਸਾਰਾ ਸਮਾਗਮ ਆਪ ਪੂਰੀ ਦਿਲਚਸਪੀ ਨਾਲ ਨਿਭਾਉਂਦੇ ਹੋਏ, ਜੋ ਆਪ ਜਪੈ ਅਵਰਹਿ ਨਾਮ ਜਪਾਵੈ, ਇਹੋ ਮਨ ਦੇਹੀ ਸੋਧ ਤੂੰ, ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਏ ਗੁਰ ਕੈ ਹੇਤ ਅਪਾਰ। ਇਸ ਨਾਮ ਦਾ ਕੋਈ ਰੂਪ ਰੇਖ ਰੰਗ ਨਹੀਂ, ਇਹ ਤਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਅਤੇ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ। ਇਸ ਗੁਪਤ ਨਾਮ ਨੂੰ ਪ੍ਰਗਟ ਕਰਨ ਵਾਸਤੇ ਹੀ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਅਖਰੀ ਨਾਮ ਜਪਣ ਦੀ ਲੋੜ ਹੈ। ਅਖਰੀ ਨਾਮ ਜਪਣ ਨਾਲ ਮਨ ਪਵਿੱਤਰ ਹੁੰਦਾ ਹੈ। ਪਵਿੱਤਰ ਮਨ ਵਿੱਚੋਂ ਪ੍ਰਭੂ ਪਿਆਰ ਦੀ ਇੱਕ ਖਿੱਚ ਧੂਹ ਪੈਦਾ ਹੁੰਦੀ ਹੈ। ਇਸ ਧੂਹ ਨਾਲ ਜੋ ਧੁਨੀ ਪੈਦਾ ਹੁੰਦੀ ਹੈ, ਪਿਆਰ ਖਿੱਚ ਪੈਦਾ ਹੁੰਦੀ ਹੈ। ਉਸ ਰਾਹੀਂ ਉਹ ਪਿਆਰਾ ਜੋ ਗੁਪਤ ਰੂਪ ਵਿੱਚ ਅੰਦਰ ਬੈਠਾ ਹੈ, ਜਿਸ ਪਰਥਾਏ ਗੁਰਦੇਵ ਪੰਚਮ ਸਤਿਗੁਰੂ ਜੀ ਨੇ ਇਸ਼ਾਰਾ ਦਿੱਤਾ ਹੈ, ਮਨ ਮੰਦਰ ਤਨ ਸਾਜੀ ਬਾਰ, ਇਸ ਹੀ ਮੱਧੇ ਬਸਤ ਅਪਾਰ, ਇਸ ਹੀ ਭੀਤਰ ਸੁਨੀਅਤ ਸਾਹੋ, ਕਮਨ ਬਾਪਾਰੀ ਜਾ ਕਾ ਊਹਾ ਵਿਸਾਹੋ। ਪ੍ਰਗਟ ਕਰਨ ਲਈ ਦਸਵੇਂ ਗੁਰਦੇਵ ਜੀ ਨੇ ਹੁਕਮ ਕੀਤਾ ਹੈ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਿਰਦੇ ਵਿੱਚ ਪ੍ਰੇਮ ਪੈਦਾ ਕਰਨ ਲਈ ਫਿਰ ਉਹ ਹੀ ਸਾਧਨ, ਮੁੜ ਮੁੜ ਗੁਰ ਮੰਤਰ ਦੁਆਰਾ ਉਸ ਦੀ ਯਾਦ, ਇਸ ਯਾਦ ਨੂੰ ਪਕਾਉਣ ਲਈ ਕਿ ਸਾਡੇ ਅੰਤਸ਼ਕਰਨ ਵਿੱਚ
ਪ੍ਰਭੂ ਜੀ ਦੀ ਯਾਦ ਟਿਕ ਜਾਵੇ। ਬਾਬਾ ਜੀ ਨੇ ਉਦਮ ਆਰੰਭ ਕੀਤਾ ਕਿ ਘੱਟੋ ਘੱਟ ਸਾਲ ਵਿੱਚ ਇੱਕ ਵਾਰੀ ਉਹ ਜਗਿਆਸੂ ਜੋ ਆਪਣੇ ਆਪੇ ਨੂੰ ਚੀਨਣਾ ਚਾਹੁੰਦੇ ਹਨ ਤੇ ਇਸ ਕਾਰਜ ਵਿੱਚ ਸਫਲ ਹੋਣ ਲਈ ਯਤਨਸ਼ੀਲ ਵੀ ਹਨ ਨੂੰ ਉਚੇਚੇ ਸੱਦਾ ਪੱਤਰ ਭੇਜ ਕੇ ਇਕੱਤਰ ਕੀਤਾ ਜਾਵੇ ਅਤੇ ਸੰਗਤ ਰੂਪ ਵਿੱਚ ਬੈਠ ਕੇ ਗੁਰੂ ਕੇ ਬਖਸ਼ੇ ਹੋਏ ਗੁਰਮੰਤਰ ਦੁਆਰਾ ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗੀ ਅਨੁਸਾਰ ਵੱਧ ਤੋਂ ਵੱਧ ਲਾਹਾ ਪ੍ਰਾਪਤ ਕੀਤਾ ਜਾ ਸਕੇ। ਸਵੇਰੇ ਤੜਕੇ 2 ਵਜੇ ਤੋਂ ਰਾਤ 9:30 ਤੱਕ ਨਾਮ ਸਿਮਰਨ ਪ੍ਰੋਗਰਾਮ ਉਲੀਕੇ ਗਏ ਤੇ ਉਸ ਪ੍ਰੋਗਰਾਮ ਦੀ ਰੂਪ ਰੇਖਾ ਕੀ ਸੀ ਹੇਠ ਦਰਜ ਹੈ। ਇਹ ਨਿਤਾ ਪ੍ਰਤੀ ਪ੍ਰੋਗਰਾਮ 8 ਦਿਨਾਂ ਲਈ ਉਲੀਕਿਆ ਗਿਆ। ਨਿਤਾ ਪ੍ਰਤੀ ਪ੍ਰੋਗਰਾਮ ਦਾ ਵੇਰਵਾ ਤੇ ਸਮਾਂ। ਇਸ਼ਨਾਨ ਤੇ ਨਿਤਨੇਮ ਨਿੱਜੀ 2 ਤੋਂ 3:45 ਅੰਮ੍ਰਿਤ ਵੇਲੇ। ਬਨਸਫਾ ਚਾਹ 3:45 ਤੋਂ 4 ਵਜੇ ਅੰਮ੍ਰਿਤ ਵੇਲੇ। ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਤੋਂ 4:15 ਅੰਮ੍ਰਿਤ ਵੇਲੇ। ਨਾਮ ਅਭਿਆਸ ਸੰਗਤੀ 4:15 ਤੋਂ 5:15 ਅੰਮ੍ਰਿਤ ਵੇਲੇ। ਕੀਰਤਨ ਆਸਾ ਦੀ ਵਾਰ 5:15 ਤੋਂ 7:15 ਵਜੇ ਸਵੇਰੇ। ਹੁਕਮਨਾਮੇ ਦੀ ਵਿਚਾਰ ਉਪਰੰਤ ਅਰਦਾਸ 7:15 ਤੋਂ 8:15 ਵਜੇ ਸਵੇਰੇ। ਅਲਪ ਆਹਾਰ ਤੇ ਵਿਸ਼ਰਾਮ 8:15 ਤੋਂ 10 ਵਜੇ ਸਵੇਰੇ। ਪਾਠ ਸ੍ਰੀ ਸੁਖਮਨੀ ਸਾਹਿਬ ਜੋਟੀਆਂ 'ਚ 10 ਵਜੇ ਤੋਂ 11:15 ਵਜੇ ਸਵੇਰੇ। ਕਥਾ 12 ਭਾਈ ਗੁਰਦਾਸ ਜੀ 11:15 ਤੋਂ 12:15 ਵਜੇ ਦੁਪਹਿਰ। ਅਲਪ ਆਹਾਰ ਤੇ ਵਿਸ਼ਰਾਮ 12:30 ਤੋਂ 3:30 ਵਜੇ ਸ਼ਾਮ। ਬਨਸਫਾ ਚਾਹ 3:30 ਤੋਂ 4 ਵਜੇ ਸ਼ਾਮ। ਨਾਮ ਅਭਿਆਸ ਸੰਗਤੀ 4 ਤੋਂ 5 ਵਜੇ ਸ਼ਾਮ। ਕੀਰਤਨ 5 ਤੋਂ 7 ਵਜੇ ਸ਼ਾਮ। ਸੋਦਰ ਆਰਤੀ ਅਰਦਾਸ 7 ਤੋਂ 7:45 ਵਜੇ ਸ਼ਾਮ। ਸੁਖ ਆਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 7:45 ਤੋਂ 8 ਵਜੇ ਰਾਤ। ਅਲਪ ਆਹਾਰ 8 ਵਜੇ ਤੋਂ 9 ਵਜੇ ਤੱਕ। ਨਿੱਜੀ ਨਾਮ ਅਭਿਆਸ ਵਿਸ਼ਰਾਮ ਅਸਥਾਨ ਤੇ 9 ਵਜੇ ਤੋਂ 9:30 ਵਜੇ ਰਾਤ। ਸਾਰੇ ਸਮਾਗਮ ਦੀ ਸਮਾਪਤੀ ਤੋਂ ਇੱਕ ਦਿਨ ਪਹਿਲੇ ਅੰਮ੍ਰਿਤ ਸੰਚਾਰ ਹੁੰਦਾ, ਜਿਸ ਵਿੱਚ ਬੇਅੰਤ ਸੰਗਤਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੀਆਂ ਬਣਦੀਆਂ ਅਤੇ ਇਸ ਆਨੰਦੀ ਮਾਰਗ ਤੇ ਚੱਲਣ ਹਿੱਤ ਗੁਰਮੰਤਰ ਅਤੇ ਮੂਲ ਮੰਤਰ ਦੀਆਂ ਦਾਤਾਂ ਪ੍ਰਾਪਤ ਕਰਦੀਆਂ। ਇਸ ਪ੍ਰੋਗਰਾਮ ਵਿੱਚ ਬੜੇ ਹੀ ਉਤਸ਼ਾਹ ਨਾਲ ਦੂਰ ਦੂਰ ਤੋਂ ਵੱਡੀ ਗਿਣਤੀ ਵਿੱਚ ਅਭਿਲਾਖੀ ਪ੍ਰੇਮੀ ਨਾਮ ਦੀ ਪੂੰਜੀ ਵਿਹਾਜਣ ਵਾਸਤੇ ਪੁੱਜਦੇ ਅਤੇ ਵੱਧ ਤੋਂ ਵੱਧ ਸਮਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਹਿਰਦੇ ਵਿੱਚ ਗੁਰੂ ਜੋਤੀ ਨੂੰ ਪ੍ਰਜਵਲਿਤ ਕਰਨ ਦਾ ਯਤਨ ਕਰਦੇ। ਇਸ ਸਮਾਗਮ ਵਿੱਚ ਹਾਜ਼ਰ ਸਾਰੀ ਸੰਗਤ ਨੂੰ ਖਾਸ ਹਦਾਇਤ ਹੁੰਦੀ ਕਿ ਸਾਰੇ ਸਮਾਗਮ ਵਿੱਚ ਸਿਵਾਏ ਕਿਸੇ ਬਹੁਤ ਜ਼ਰੂਰੀ ਗੱਲ ਦੇ ਹਰ ਤਰ੍ਹਾਂ ਬਿਰਤੀ ਨੂੰ ਖਿਡਾਉਣ ਤੋਂ ਰੋਕਣ ਦਾ ਯਤਨ ਕਰਨਾ ਹੈ। ਸਮਾਗਮ ਤੋਂ ਵਿਹਲੇ ਸਮੇਂ ਵੀ ਗੁਰਮੰਤਰ ਦਾ ਜਾਪ ਹੀ ਕਰਨਾ ਹੈ। ਚੱਲਦੇ ਸਮਾਗਮ ਵਿੱਚ ਹਰ ਪ੍ਰਾਣੀ ਨੂੰ ਹਾਜ਼ਰੀ ਭਰਨ ਲਈ ਪ੍ਰੇਮਮਈ ਬੇਨਤੀ ਕੀਤੀ ਜਾਂਦੀ ਤਾਂ ਜੋ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋ ਸਕੇ। ਇਸ ਵਿਸ਼ੇਸ਼ ਸਮਾਗਮ ਵਿੱਚ ਨਿਸ਼ਕਾਮ ਕੀਰਤਨੀਏ ਸਿੰਘ ਸਿੰਘਣੀਆਂ ਸ਼ਾਮਲ ਹੁੰਦੇ। ਨਿਸ਼ਕਾਮ ਹੀ ਕਥਾਵਾਚਕ ਸੰਗਤਾਂ ਨੂੰ ਕਥਾ ਸਰਵਣ ਕਰਵਾਉਂਦੇ ਤੇ ਅਸੀਸਾਂ ਪ੍ਰਾਪਤ ਕਰਦੇ। ਹਰ ਜਥੇਬੰਦੀ ਨਾਲ ਸੰਬੰਧ ਰੱਖਣ ਵਾਲੇ ਪਰਮੇਸ਼ਰ ਜੀ ਦੇ ਪਿਆਰੇ ਵੱਧ ਤੋਂ ਵੱਧ ਸਮਾਂ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਦੇ। ਇਸ ਸਮਾਗਮ ਦੇ ਸ਼ੁਰੂ ਵਿੱਚ ਡਾਕਟਰ ਕਰਤਾਰ ਸਿੰਘ ਜੀ ਬਾੜੀ ਵਾਲੇ ਤੇ ਉਹਨਾਂ ਦੇ ਸਹਿਯੋਗੀ ਕੀਰਤਨ ਅਤੇ ਕਥਾ ਦੀ ਸੇਵਾ ਨਿਭਾਉਂਦੇ। ਇਹਨਾਂ ਤੋਂ ਅਗਲੇਰੇ ਸਾਲਾਂ ਵਿੱਚ ਭਾਈ ਵਧਾਵਾ ਸਿੰਘ ਜੀ ਗੁਰੂ ਸ਼ਬਦ ਦੀ ਕਥਾ ਦੁਆਰਾ ਗੁਰ ਉਪਦੇਸ਼ ਸੰਗਤਾਂ ਨੂੰ ਦ੍ਰਿੜ ਕਰਵਾਉਂਦੇ ਰਹੇ। 1974 ਈਸਵੀ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਇਸ ਸੇਵਾ ਨੂੰ ਆਪਣੇ ਜ਼ਿੰਮੇ ਲੈ ਲਿਆ। ਬਾਅਦ ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਮਹਿਤਾ ਨੇ ਸੰਤ ਕਰਤਾਰ ਸਿੰਘ ਜੀ ਵੱਲੋਂ ਜੋ ਗੁਰਮਤਿ ਪ੍ਰਚਾਰ ਦੀ ਸੇਵਾ ਉਹਨਾਂ ਜ਼ਿੰਮੇ ਸੌਂਪੀ ਸੀ ਉਸ ਡਿਊਟੀ ਵਿੱਚ ਫਰਕ ਨਹੀਂ ਪੈਣ ਦਿੱਤਾ
ਅਤੇ ਹਫਤਾ ਭਰ ਹਾਜ਼ਰੀ ਭਰ ਕੇ ਗੁਰੂ ਕੇ ਸਿੱਖਾਂ ਨੂੰ ਗੁਰਮਤ ਗਾਡੀ ਰਾਹ ਤੋਂ ਜਾਣੂ ਕਰਵਾਉਂਦੇ ਰਹੇ। ਕੀਰਤਨ ਦੀ ਸੇਵਾ ਵਿੱਚ ਵਿਸ਼ੇਸ਼ ਤੌਰ ਤੇ ਆਰੰਭ ਵਿੱਚ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਬੜਾ ਹਿੱਸਾ ਪਾਇਆ। ਇਹਨਾਂ ਦੀ ਸਿਹਤ ਕੁਝ ਢਿੱਲੀ ਰਹਿਣ ਕਾਰਨ ਸਤਿਗੁਰੂ ਜੀ ਨੇ ਭਾਈ ਮਹਿੰਦਰ ਜੀ ਦਸੂਹਾ ਨਿਵਾਸੀ ਜੀ ਪਾਸੋਂ ਕੀਰਤਨ ਦੀ ਸੇਵਾ ਲਈ ਤਲਵਾੜੇ ਵਾਲੀਆਂ ਬੀਬੀਆਂ ਤਾਂ ਸਮਾਗਮ ਆਰੰਭ ਹੋਣ ਤੋਂ ਲੈ ਕੇ ਹੁਣ ਤੱਕ ਨਿਰੰਤਰ ਨਿਸ਼ਕਾਮ ਸੇਵਾ ਕਰ ਰਹੀਆਂ ਹਨ। ਸੰਤ ਬਾਬਾ ਕਰਤਾਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਜੋ ਕੀਰਤਨੀ ਜਥਾ ਹੁੰਦਾ ਸੀ, ਗੁਰੂ ਪਾਤਸ਼ਾਹ ਜੀ ਦੀ ਉਹਨਾਂ ਉੱਪਰ ਵੀ ਬਖਸ਼ਿਸ਼ ਸੀ। ਉਹ ਵੀ ਬੜੀ ਮਧੁਰ ਧੁਨੀ ਨਾਲ ਰੀਤਾਂ ਵਿੱਚ ਕੀਰਤਨ ਦੀ ਹਾਜ਼ਰੀ ਭਰਦੇ।